ਤਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ ਗੁਰ ਵਿਚਾਰ। ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਬਰਨ ਜਾਤ, ਹਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤ ਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹ ਸਾਹਾਣ ਗੁਣੀਜੈ। ਤ੍ਰਿਭਵਨ ਮਹੀਪ, ਸੁਰ ਨਰ ਅਸੁਰ। ਨੇਤ ਨੇਤ ਬਣ ਤ੍ਰਿਣ ਕਹਿਤ, ਤੈ ਸਰਬ ਨਾਮ। ਕਥੈ ਕਵਣ ਕਰਮ ਨਾਮ, ਬਰਣਤ ਸੁਮਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਗਲ ਦਵਾਰ ਕਉ ਛਾੜ ਕੇ, ਗਹਿਓ ਤੁਹਾਰੂ ਦੁਆਰ। ਬਾਹਿ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਐਸੋ ਪਰਚੋ ਪਾਇਓ, ਕਰੀ ਕਿਰਪਾ ਦਇਆਲ ਬੀਠੁਲੈ। ਸਤਿਗੁਰ ਮੁਝੈ ਬਤਾਇਓ, ਐਸੋ ਪਰਚੋ ਪਾਇਓ। ਕਰੀ ਕਿਰਪਾ ਦਇਆਲ ਬੀਠੁਲੈ। ਸਤਿਗੁਰ ਮੁਝੈ ਬਤਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਜਗਤ ਦੇ ਸਾਂਝੇ ਗੁਰੂ। ਵਾਲੀਏ ਕੋ ਲਾਲਮ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ, ਸਾਹਿਬਾਂ ਨੇ ਕਿਰਪਾ ਕੀਤੀ ਹੈ, ਸੰਗਤ ਦੇ ਚਰਨ ਪਰਸਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਓ ਸਾਰੇ ਕਲਯੁਗੀ ਜੀਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵੱਲੋਂ ਆਏ ਹੋਏ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕਰਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ। ਸਾਹਿਬ ਜੀ ਸਾਡੇ ਤਾਈਂ ਜੋ ਰਹਿਮਤ ਕਰ ਰਹੇ ਹਨ, ਉਸ ਰਹਿਮਤ ਨੂੰ ਸਮਝ ਕਰਕੇ ਆਪਣੇ ਸਵਾਸਾਂ ਨੂੰ ਸਫਲਿਆਂ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੇ ਉੱਪਰ ਪਹੁੰਚਣ ਦਾ ਯਤਨ ਕਰੀਏ। ਜੋ ਸਾਨੂੰ ਜੀਵਾਂ ਨੂੰ ਭਰਮ ਦਾ ਪੜਦਾ ਪਿਆ ਹੋਇਆ ਹੈ, ਉਹ ਕਿਵੇਂ ਖਤਮ ਹੋਣਾ ਹੈ। ਸਾਡੇ ਅੰਦਰ ਇੱਕ ਜਿਹੜਾ ਭਰਮ ਹੈ,
ਕਿ ਅਸੀਂ ਸੰਸਾਰ ਦੇ ਵਿੱਚ ਜਿਹੜੇ ਜਿਉ ਰਹੇ ਹਾਂ, ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡਾ ਅਸਲ ਸਰੂਪ, ਨਿਜ ਸਰੂਪ ਇਹੀ ਹੈ। ਅਸੀਂ ਇਸ ਭਰਮ ਦੇ ਵਿੱਚ ਜੀ ਰਹੇ ਹਾਂ। ਇਸ ਭਰਮ ਨੂੰ ਕਿਵੇਂ ਖੋਇਆ ਜਾ ਸਕਦਾ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਵੇਂ ਖੋਇਆ? ਇਸ ਸ਼ਬਦ ਦੇ ਅੰਦਰ ਸਾਹਿਬ ਜੀ ਦੱਸਦੇ ਨੇ। ਭਾਈ ਪ੍ਰਾਣਾ ਜੀ ਗੁਰੂ ਕੇ ਬੜੇ ਪਿਆਰੇ ਅਨੰਨ ਸੇਵਕ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਪੁੱਛਣ ਲੱਗੇ, ਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਰਹਿਮਤਾਂ ਦੇ ਸਾਗਰ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦਾ ਇਹ ਭਰਮ ਦਾ ਪਰਦਾ ਕਿਵੇਂ ਦੂਰ ਹੋਇਆ? ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਵੇਂ ਗੁਰੂ ਸਾਹਿਬ ਜੀਆਂ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ? ਕਿਹੋ ਜਿਹਾ ਪਰਚਾ ਪਾਇਆ? ਤੁਹਾਨੂੰ ਕਿਹੋ ਜੀ ਗੱਲ ਕਹੀ ਜਿਹਦੇ ਤੇ ਤੁਸੀਂ ਪਰਚ ਗਏ? ਭਾਵ ਤੁਹਾਨੂੰ ਯਕੀਨ ਆ ਗਿਆ ਸਾਹਿਬ ਜੀ, ਇਹ ਦੱਸਣਾ ਕਰੋ। ਤੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਸਮੇਂ ਭਾਈ ਪ੍ਰਾਣਾ ਜੀ ਨੂੰ ਤੇ ਅੱਜ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਾਰਾ ਉਪਦੇਸ਼, ਇਹ ਸ਼ਬਦ ਉਚਾਰਨ ਕਰਦੇ ਹੋਏ ਬਖਸ਼ਿਸ਼ ਕਰ ਰਹੇ ਹਨ। ਆਓ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਲੜ ਲੱਗ ਕਰਕੇ ਆਪਣਾ ਇਸ ਪਰਚੇ ਨੂੰ ਕਿਵੇਂ ਪਾਇਆ ਜਾਂਦਾ ਹੈ ਜਾਣਨ ਦਾ ਯਤਨ ਕਰੀਏ। ਪ੍ਰੇਮ ਸਹਿਤ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦਾ ਨਾਮ ਹੈ। ਮਹੱਲਾ ਪੰਜਵਾ ਤੋਂ ਭਾਵ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਨੂੰ ਸਾਡੇ ਤਾਈਂ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਨੂੰ ਰਹਿਮਤ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਅੰਦਰ ਵਸਾਉਣ ਵਾਸਤੇ ਉਚਾਰਨ ਕਰਦੇ ਹਨ। ਐਸੋ ਪਰਚਾ ਪਾਇਓ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀਆਂ ਨੂੰ ਭਾਈ ਪ੍ਰਾਣਾ ਨੇ ਜਦੋਂ ਇਹ ਪ੍ਰਸ਼ਨ ਪੁੱਛਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਉਪਦੇਸ਼ ਦਿੱਤਾ ਸੀ? ਕੀ ਗੱਲ ਕਹੀ ਸੀ ਮਹਾਰਾਜ? ਕਿਹੜਾ ਤੁਹਾਨੂੰ ਪਰਚਾ ਪਾਇਆ? ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅੱਗੋਂ ਉਪਦੇਸ਼ ਦਿੰਦੇ ਹੋਏ ਕਹਿੰਦੇ, ਐਸੋ ਪਰਚਾ ਪਾਇਓ। ਹੇ ਪ੍ਰਾਣਾ ਜੀ, ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹੋ ਜਿਹਾ ਪਰਚਾ, ਭਾਵ ਇਹੋ ਜੀ ਗੱਲ ਤੇ ਪਰਚਾਇਆ ਕਿ ਕਹਿੰਦੇ ਅੱਗੇ ਸਾਡੀ ਗੱਲ ਸੁਣੋ। ਮਹਾਰਾਜ ਜੀਆਂ ਦੀ ਇਹੋ ਜੀ ਸਾਡੇ ਤੇ ਰਹਿਮਤ ਹੋਈ ਹੈ। ਧਿਆਨ ਦੇ ਨਾਲ ਹੈ ਜਗਿਆਸੂ ਜਨੋ, ਗੁਰੂ ਕੇ ਪਿਆਰ ਵਾਲੇ ਜਨੋ, ਸੁਣਨਾ ਕਰੋ ਜੀ। ਕਰੀ ਕਿਰਪਾ ਦਇਆਲ ਬੀਠੁਲੈ। ਕਰੀ ਕਿਰਪਾ ਉਸ ਵਾਹਿਗੁਰੂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ। ਗੁਰੂ ਖਾਲਸਾ ਜੀ, ਕਈ ਵਾਰ ਸਾਡੇ ਮਨ ਦੇ ਵਿੱਚ ਇਹ ਭੁਲੇਖਾ ਪੈ ਜਾਂਦਾ ਹੈ ਕਿ ਗੁਰੂ ਤੇ ਪ੍ਰਮਾਤਮਾ ਦੇ ਵਿੱਚ ਸ਼ਾਇਦ ਕੋਈ ਫਰਕ ਹੈ। ਨਹੀਂ, ਗੁਰੂ ਖਾਲਸਾ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਸਰੂਪ ਹੈ ਕੋਈ ਅਵਤਾਰੀ ਸਰੂਪ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪ ਆਪਣਾ ਸਰੂਪ ਧਾਰਨ ਕੀਤਾ ਤੇ ਇਸ ਧਰਤੀ ਦੇ ਉੱਪਰ ਆਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਹਿਲਾਂ ਕੱਲੀ ਕੱਲੀ ਗੱਲ ਤੇ ਸਾਨੂੰ ਵਿਸ਼ਵਾਸ ਹੋਵੇਗਾ ਤੇ ਤਾਂ ਅਸੀਂ ਗੁਰੂ ਦੇ ਪੂਰਨ ਤੌਰ ਤੇ ਚਰਨਾਂ ਨਾਲ ਜੁੜ ਸਕਦੇ ਹਾਂ। ਮਹਾਰਾਜ ਕਹਿੰਦੇ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੇ 10 ਜੋਤਾਂ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ 'ਚ ਟਿਕੀ ਹੈ, ਇਹ ਕੋਈ ਆਮ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਇਹ ਪ੍ਰਮਾਣ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉਹ ਤੇ ਆਪ ਨਾਰਾਇਣ ਕਲਾ ਧਾਰ ਕਰਕੇ ਜਗ ਦੇ ਵਿੱਚ ਪ੍ਰਗਟ ਹੋਏ। ਸੋ ਗੁਰੂ ਖਾਲਸਾ ਜੀ, ਉਸ ਨਾਰਾਇਣ ਦੀ ਪਹਿਲੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋਤ ਓਹਾ ਜੁਗਤ ਓਹਾ ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹੀ, ਜੁਗਤੀ ਉਹੀ, ਕਾਇਆ ਨਾਮ ਹੈ ਸਰੀਰ ਦਾ। ਮਹਾਰਾਜ ਕਹਿੰਦੇ ਜੋਤ ਭਾਵ ਗੁਰੂ ਨਾਨਕ ਦੇਵ ਜੀਆਂ ਦੇ ਅੰਦਰ ਜਿਹੜੀ ਜੋਤ ਸੀ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਚ ਆਈ। ਜੁਗਤੀ ਭਾਵ ਤਰੀਕਾ ਵੀ ਉਹੀ ਰੱਖਿਆ, ਬਸ ਕਾਇਆ ਬਦਲੀ, ਸਰੀਰ ਬਦਲ ਲਿਆ। ਜਿਵੇਂ
ਇੱਕ ਰਾਜਾ ਰਾਜ ਤਖਤ ਤੇ ਜਿਹੜਾ ਬਹਿੰਦਾ ਹੈ, ਉਹ ਜਦੋਂ ਸਵੇਰੇ ਇੱਕ ਪੁਸ਼ਾਕ ਪਾ ਲੈਂਦਾ ਹੈ, ਉਹਦੀ ਮੌਜ ਹੈ, ਜੀ ਪੈ ਸ਼ਾਮ ਨੂੰ ਫੇਰ ਦੁਪਹਿਰ ਨੂੰ ਫੇਰ ਬਦਲ ਲਵੇ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰੰਕਾਰ ਸਰੂਪ ਨੇ। ਉਹਨਾਂ ਨੇ ਜਦੋਂ ਇੱਕ ਉਹਨਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਗੁਰੂ ਨਾਨਕ ਦੇਵ ਜੀ ਵਾਲਾ ਜਾਮਾ ਸੀ, ਉਹਦਾ ਧਰਮ ਨਿਭਾਉਂਦੇ ਹੋਏ ਜਿੰਨੀ ਆਯੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਖੁਦ ਲਿਖੀ ਸੀ, ਉਨੀ ਭੋਗ ਕਰਕੇ ਉਸ ਸਰੀਰ ਦਾ, ਉਸ ਕਾਇਆ ਦਾ, ਉਸ ਜਾਮੇ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਗ ਕਰਕੇ ਦੂਜੀ ਜੋ ਕਾਇਆ ਦੇ ਵਿੱਚ ਪ੍ਰਵੇਸ਼ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਬਦਲਦੇ ਬਦਲਦੇ ਕਾਇਆ ਜਦੋਂ ਚੌਥੇ ਸਰੂਪ ਦੇ ਵਿੱਚ ਗਏ ਨੇ, ਫਿਰ ਉਹਨਾਂ ਨੇ ਪੰਜਵੇਂ ਸਰੂਪ ਨੂੰ, ਪੰਜਵੇਂ ਸਰੀਰ ਨੂੰ ਧਾਰਨ ਕਰਨ ਵਾਸਤੇ ਉਸ ਨੇ ਕੀ ਕੀਤਾ? ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਰੀ ਕਿਰਪਾ ਦਇਆਲ ਬੀਠਲੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਬੀਠਲ ਜਿਹੜੇ ਨੇ, ਉਹਨਾਂ ਨੇ ਕਿਰਪਾ ਕੀਤੀ ਦਇਆਲ ਹੋ ਕੇ, ਦਇਆ ਕਰਕੇ। ਦਇਆ ਗੁਰੂ ਖਾਲਸਾ ਜੀ ਆਪਣੇ ਤੋਂ ਨੀਵੇਂ ਤੇ ਕੀਤੀ ਜਾਂਦੀ ਹੈ। ਦਇਆ ਜਿਹੜਾ ਸਾਡੇ ਤੋਂ ਨੀਵਾਂ ਹੁੰਦਾ ਹੈ, ਉਹਦੇ ਤੇ ਆਉਂਦੀ ਹੈ। ਇਸ ਤੇ ਤਾਂ ਧਰਮ ਖਿਮਾ ਕੇ ਸੰਗਾ, ਜਿਵੇਂ ਧਰਮ ਟਿਕਦਾ ਹੈ, ਐਵੇਂ ਗੁਰੂ ਖਾਲਸਾ ਜੀ ਜਿਹੜੀ ਦਇਆ ਹੈ ਨਾ, ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਹੈ। ਹਾਂਜੀ, ਦਇਆ ਤੋਂ ਬਿਨਾਂ ਧਰਮ ਜਿਹੜਾ ਉਹ ਬੰਦੇ ਦੇ ਅੰਦਰ ਪੈਦਾ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਸਾਗਰ ਨੇ, ਅਕਾਲ ਪੁਰਖ ਜੀ, ਉਹਨਾਂ ਚੋਂ ਹੀ ਦਇਆ ਜੀਵ ਨੂੰ ਮਿਲਦੀ ਹੈ। ਉਹਨਾਂ ਦਾ ਸੁਭਾਅ ਹੈ ਦਇਆ ਵਾਲਾ। ਇਸੇ ਕਰਕੇ ਸਾਨੂੰ ਬਾਰ-ਬਾਰ ਗੁਰਬਾਣੀ 'ਚ ਸਮਝਾਇਆ ਗਿਆ ਹੈ ਕਿ ਜੀਵ ਆਪਣੇ ਅੰਦਰ ਦਇਆ ਲੈ ਕੇ ਆ। ਉਹਨਾਂ ਦਾ ਸੁਭਾਅ ਕਿਰਪਾਲੂ ਵੀ ਹੈ ਤੇ ਦਿਆਲੂ ਵੀ ਹੈ। ਕਹਿੰਦੇ ਉਹਨਾਂ ਨੇ ਕਿਰਪਾ ਕੀਤੀ ਦਇਆ ਕਰਕੇ, ਸਤਿਗੁਰ ਮੁਝੇ ਬਤਾਇਓ, ਮੈਨੂੰ ਸਤਿਗੁਰੂ ਬਾਰੇ ਬਤਾ ਦਿੱਤਾ। ਭਾਵ ਸਤਿਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ। ਭਾਵ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਰਹਿਮਤ ਕੀਤੀ। ਗੁਰੂ ਰਾਮਦਾਸ ਜੀਆਂ ਦਾ ਮੈਂ ਲੜ ਫੜਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਮੈਨੂੰ ਇਹ ਗੱਲ ਬਤਾਈ, ਭਾਵ ਸਮਝਾਈ ਹੈ ਜੀ। ਸਤਿਗੁਰ ਮੁਝੇ ਬਤਾਇਓ, ਸਤਿਗੁਰ ਮੁਝੇ ਬਤਾਇਓ, ਸਤਿਗੁਰੂ ਜੀਆਂ ਨੇ ਮੁਝੇ ਭਾਵ ਮੈਨੂੰ ਇਹ ਗੱਲ ਬਤਾਈ ਹੈ, ਭਾਵ ਸਮਝਾਈ ਹੈ। ਕਿਹੜੀ ਗੱਲ ਸਮਝਾਈ ਹੈ? ਬਖਸ਼ਿਸ਼ ਕਰਦੇ ਹਨ ਜੀ। ਰਹਾਉ ਦਾ ਵਿਸ਼ਰਾਮ ਤੋਂ ਉਪਰੰਤ ਕਿਰਪਾ ਕਰਦੇ ਹਨ। ਜਾਤ ਕਾਤ ਦੇਖੋ ਤਾਤ ਤਾਤ ਤੁਮ ਹੀ। ਕੀ ਕਿਰਪਾ ਕਰਦੇ ਨੇ? ਕਹਿੰਦੇ ਸਾਡੇ ਤੇ ਉਹਨਾਂ ਨੇ ਕਿਰਪਾ ਕੀਤੀ। ਜਾਤ ਕਾਤ ਦੇਖੋ, ਜਿੱਥੇ ਕਿੱਥੇ ਵੀ ਦੇਖਦਾ ਹਾਂ, ਤਤ ਤਤ ਤੁਮ ਹੀ, ਤਹਾਂ ਤਹਾਂ ਉਥੇ ਉਥੇ ਤੂੰ ਹੀ ਹੈ ਪ੍ਰਮਾਤਮਾ। ਹੁਣ ਗੁਰੂ ਖਾਲਸਾ ਜੀ, ਜੀਵ ਆਪਣੇ ਇੱਕ ਤੋਂ ਦੂਜੇ ਸਰੀਰ ਨੂੰ ਭਿੰਨ ਜਾਣਦਾ ਹੈ। ਜਿਵੇਂ ਅਸੀਂ ਜਿੰਨੇ ਨਾਮ ਹਾਂ, ਉਹਨਾਂ ਨਾਵਾਂ ਦੇ ਨਾਲ ਉਸ ਬੰਦੇ ਨੂੰ ਜਾਣਦੇ ਹਾਂ, ਪਰ ਅਸਲੀਅਤ ਕੁਝ ਹੋਰ ਹੈ। ਘਾਟ ਘਾਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਸਾਹਿਬ ਜੀਆਂ ਦੀ ਇਹ ਬਾਣੀ ਗਵਾਹੀ ਭਰਦੀ ਹੈ ਕਿ ਹਰ ਥਾਂ ਦੇ ਉੱਪਰ ਵਾਹਿਗੁਰੂ ਵਸਿਆ। ਘਟ ਨਾਮ ਸਰੀਰ ਦਾ ਵੀ ਹੈ। ਮਹਾਰਾਜ ਕਹਿੰਦੇ ਹਰ ਘਰ ਦੇ ਵਿੱਚ, ਹਰ ਸਰੀਰ ਦੇ ਵਿੱਚ ਪ੍ਰਮਾਤਮਾ ਦਾ ਵਾਸ ਹੈ। ਘਾਟ ਘਾਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਜਤ ਕਤ ਦੇਖੋ ਤਤ ਤਤ ਤੁਮ ਹੀ। ਇਹ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀਆਂ ਨੇ ਦੱਸ ਦਿੱਤਾ ਕਿ ਜਿੱਥੇ ਕਿੱਥੇ ਵੀ ਵੇਖਣਾ ਹੈ, ਉੱਥੇ ਤੂੰ ਹੀ ਹੈ। ਗੁਰੂ ਖਾਲਸਾ ਜੀ ਇਹ ਗੱਲ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਈ ਜਾਂਦੀ ਹੈ, ਪਰ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਜਦੋਂ ਅਸੀਂ ਇਸ ਨੂੰ ਸਮਝਣ ਦਾ ਯਤਨ ਕਰਾਂਗੇ, ਹਰ ਜਗ੍ਹਾ ਦੇ ਉੱਪਰ ਪ੍ਰਮਾਤਮਾ ਦੀ ਹੋਂਦ ਵਿਆਪਕ ਹੈ। ਫਿਰ ਸਾਨੂੰ ਇਹ ਗੱਲ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਕਿ ਹਾਂ, ਅਸੀਂ ਪਾਪ ਕਿਹੜੇ ਹੱਥਾਂ ਨਾਲ ਕਰਾਂਗੇ। ਜੇ ਅਸੀਂ ਹਰ ਜਗ੍ਹਾ ਤੇ ਰੱਬ ਨੂੰ ਵੇਖਣਾ ਸ਼ੁਰੂ ਕਰ ਦਿੱਤਾ, ਰੱਬ ਦੀ ਹੋਂਦ ਹਰ ਜਗ੍ਹਾ ਦੇ ਉੱਪਰ, ਹਰ ਘੜ ਦੇ ਉੱਪਰ ਸਮਝਣੀ ਸ਼ੁਰੂ ਕਰ ਦਿੱਤੀ, ਜੇ ਸਾਡੇ ਅੰਦਰ ਇਹ ਗੱਲ ਦ੍ਰਿੜ ਹੋ ਗਈ ਕਿ ਵਾਹਿਗੁਰੂ ਜਿਹੜਾ ਹੈ ਉਹ ਚੋਰ ਦੇ ਅੰਦਰ ਵੀ ਹੈ, ਵਾਹਿਗੁਰੂ ਡਾਕੂ ਦੇ ਅੰਦਰ ਵੀ ਹੈ, ਵਾਹਿਗੁਰੂ ਲੁਟੇਰੇ ਦੇ ਅੰਦਰ ਵੀ ਹੈ, ਤਾਂ ਫਿਰ ਸਾਡਾ ਮਨ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਵਿਸ਼ੇ ਵਿਕਾਰਾਂ ਤੋਂ, ਚੋਰੀ ਯਾਰੀ ਠੱਗੀ ਤੋਂ ਹਟੇਗਾ। ਜੇ ਅਸੀਂ ਕਿਸੇ ਨੂੰ ਸੁਧਾਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਉਹ ਗੱਲ ਆਪਣੇ ਆਪ ਤੇ ਲਾਗੂ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਅੱਜ ਵਾਲੇ ਕੁਝ ਵਿਦਵਾਨ ਇਹ ਸੋਚਦੇ ਨੇ ਕਿ ਸ਼ਾਇਦ ਅਸੀਂ ਕਿਸੇ ਨੂੰ ਸਮਝਾਵਾਂਗੇ ਤੇ ਲੋਕ ਇਸ ਗੱਲ ਨੂੰ ਸਮਝ ਜਾਣਗੇ ਕਿ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਠੱਗੀ ਨਹੀਂ ਮਾਰਨੀ। ਨਹੀਂ, ਜਿੰਨਾ ਚਿਰ ਅਸਲੀਅਤ ਜੀਵ ਨੂੰ ਪਤਾ ਨਹੀਂ
ਕਿ ਮੈਂ ਕੌਣ ਹਾਂ ਤੇ ਮੇਰਾ ਆਏ ਦਾ ਕਰਮ ਕੀ ਹੈ। ਉਹ ਝੂਠ ਕਿਉਂ ਨਹੀਂ ਬੋਲੇਗਾ? ਝੂਠ ਉਹ ਤਾਂ ਬੋਲਦਾ ਹੈ ਕਿਉਂਕਿ ਉਹਨੂੰ ਆਪਣੇ ਆਪ ਦਾ ਹੰਕਾਰ ਹੈ। ਜਦੋਂ ਉਹਨੂੰ ਇਹ ਗੱਲ ਦਾ ਪਤਾ ਲੱਗ ਗਿਆ, ਆਪਣੇ ਆਪ ਦੇ ਬਾਰੇ ਅਗਿਆਨੀ ਹੈ ਜੀਵ, ਜਿੱਦਣ ਜੀਵ ਨੂੰ ਗਿਆਨ ਹੋ ਗਿਆ ਕਿ ਮੈਂ ਜਿਹਦੇ ਨਾਲ ਝਗੜਾ ਕਰਨ ਲੱਗਾ ਹਾਂ, ਮੈਂ ਜਿਹਨੂੰ ਝੂਠ ਬੋਲਣ ਲੱਗਾ, ਉਹ ਕੋਈ ਹੋਰ ਨਹੀਂ, ਮੇਰਾ ਆਪਣਾ ਹੀ ਸਰੂਪ ਹੈ, ਮੇਰਾ ਆਪਣਾ ਹੀ ਸਰੀਰ ਦਾ ਦੂਜਾ ਪਾਰਟ ਹੈ, ਮੈਂ ਵੀ ਉਸ ਦਾ ਹਿੱਸਾ ਤੇ ਉਹ ਮੇਰਾ ਹਿੱਸਾ ਹੈ। ਫਿਰ ਉਹਨੂੰ ਝੂਠ ਮਾਰਨ ਦੀ ਲੋੜ ਨਹੀਂ ਪਵੇਗੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਨੂੰ ਇਹ ਗੱਲ ਜਿਹੜੀ ਹੈ ਨਾ, ਕਿਰਪਾ ਕਰਕੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀਆਂ ਨੇ ਸਮਝਾਈ ਹੈ। ਮੋਹ ਇਹੋ ਵਿਸ਼ਵਾਸ ਹੋਇ ਆਇਓ। ਗੱਲ ਵੱਡੀ ਗੁਰੂ ਖਾਲਸਾ ਜੀ ਇਹ ਹੈ, ਸਾਨੂੰ ਗੁਰੂ ਤੇ ਪੂਰਨ ਭਰੋਸਾ ਨਹੀਂ ਹੈ। ਹੁਣ ਸਾਨੂੰ ਗੁਰੂ ਨੇ ਇਹ ਗੱਲ ਦੱਸ ਦਿੱਤੀ ਕਿ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਹੁਣ ਇੱਥੇ ਵੀ ਮਹਾਰਾਜ ਕਹਿ ਰਹੇ ਨੇ, ਜਤ ਕਤ ਦੇਖੋ ਤਤ ਤਤ ਤੁਮ ਹੀ। ਕਹਿੰਦੇ ਮਹਾਰਾਜ ਕਹਿੰਦੇ ਜਿੱਥੇ ਕਿੱਥੇ ਵੇਖਦਾ ਇੱਥੇ ਉੱਥੇ ਉੱਥੇ ਤੂੰ ਹੀ ਦਿਸਦਾ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਇਹ ਗੱਲਾਂ ਮੈਨੂੰ ਗੁਰੂ ਰਾਮਦਾਸ ਜੀਆਂ ਨੇ ਕਹੀਆਂ, ਪਰ ਇਹੋ ਵਿਸ਼ਵਾਸ ਹੋਏ ਆਇਓ, ਮੈਨੂੰ ਮੋਹੇ ਇਹੋ ਵਿਸ਼ਵਾਸ ਹੋਇਆ। ਕਹਿੰਦੇ ਮੈਨੂੰ ਇਸ ਗੱਲ ਤੇ ਵਿਸ਼ਵਾਸ ਆ ਗਿਆ, ਗੁਰੂ ਰਾਮਦਾਸ ਜੀਆਂ ਨੇ ਮੈਨੂੰ ਬਚਨ ਕਿਹਾ ਤੇ ਮੈਨੂੰ ਗੁਰੂ ਤੇ ਬਚਨਾਂ ਤੇ ਪੂਰਨ ਭਰੋਸਾ ਆ ਗਿਆ। ਗੁਰੂ ਖਾਲਸਾ ਜੀ ਧਰਮ ਭਰੋਸਾ, ਧਰਮ ਦਾ ਜੇ ਆਪਾਂ ਦੂਜਾ ਅਰਥ ਕਰਨ ਦਾ ਯਤਨ ਕਰੀਏ ਤੇ ਭਰੋਸਾ ਵੀ ਧਰਮ ਹੀ ਹੈ। ਜੇਕਰ ਅਸੀਂ ਸਿੱਖ ਸਦਵਾਉਂਦੇ ਹਾਂ ਤੇ ਸਿੱਖ ਸਦਵਾਉਣ ਤੋਂ ਪਹਿਲਾਂ ਸਾਨੂੰ ਗੁਰੂ ਤੇ ਪੂਰਨ ਭਰੋਸਾ ਹੋਣਾ ਚਾਹੀਦਾ ਹੈ। ਜੇ ਅਸੀਂ ਗੁਰੂ ਦੀ ਕੱਲੀ ਕੱਲੀ ਗੱਲ ਤੇ ਭਰੋਸਾ ਨਹੀਂ ਕਰ ਸਕਦੇ, ਭਰੋਸਾ ਯਕੀਨ ਨਹੀਂ ਜਿਤਾ ਸਕਦੇ, ਗੁਰੂ ਦੀ ਗੱਲ ਦੇ ਉੱਪਰ ਤਰਕ ਕਰਾਂਗੇ ਤਾਂ ਫਿਰ ਸਾਡਾ ਗੁਰੂ ਦਾ ਸੰਬੰਧ ਜਿਹੜਾ ਹੈ ਉਹ ਕੱਚਾ ਹੈ। ਜਿੰਨਾ ਚਿਰ ਅਸੀਂ ਗੁਰੂ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਚਿਰ ਧਰਮ ਦਾ ਅਰਥ ਵਿਸ਼ਵਾਸ ਭਰੋਸਾ ਹੈ। ਜਿੰਨਾ ਚਿਰ ਅਸੀਂ ਇਸ ਗੱਲ ਨੂੰ ਆਪਣੇ ਅੰਦਰ ਦ੍ਰਿੜ ਨਹੀਂ ਕਰਦੇ ਕਿ ਇਹ ਜੋ ਗੁਰੂ ਨੇ ਬਚਨ ਕਿਹਾ ਹੈ ਇਹ ਵਿਸ਼ਵਾਸਯੋਗ ਨਹੀਂ ਹੈ, ਤਾਂ ਉਹਨਾਂ ਚਿਰ ਅਸੀਂ ਆਪਣੇ ਅੰਦਰ ਵਾਹਿਗੁਰੂ ਨੂੰ ਯਕੀਨਨ ਨਹੀਂ ਮੰਨ ਸਕਦੇ। ਹੁਣ ਵਾਹਿਗੁਰੂ ਦੀ ਜੇ ਹੋਂਦ ਨੂੰ ਲੱਭਣ ਲੱਗ ਪਈਏ ਤਾਂ ਗੁਰੂ ਖਾਲਸਾ ਜੀ ਜਿਹੜੇ ਤਰਕਵਾਦੀ ਨੇ ਉਹ ਕਹਿ ਦਿੰਦੇ ਨੇ ਰੱਬ ਨੂੰ ਪ੍ਰਗਟ ਕਰਕੇ ਵਿਖਾਓ। ਰੱਬ ਕਿੱਥੇ ਹੈ? ਜੇ ਰੱਬ ਨਹੀਂ ਹੈ ਤਾਂ ਗੁਰੂ ਖਾਲਸਾ ਜੀ ਚਾਰ ਵਾਕ ਨਾਂ ਦਾ ਇੱਕ ਗ੍ਰੰਥ ਹੈ। ਚਾਰ ਵਾਕ ਗ੍ਰੰਥ ਜਿਹੜਾ ਹੈ ਉਹ ਚਾਰ ਤੱਤਾਂ ਨੂੰ ਮੰਨਦਾ ਹੈ। ਜਿੰਨੇ ਵੀ ਅੱਜ ਕੱਲ੍ਹ ਦੇ ਚੁੱਚ ਵਿਦਵਾਨ ਆਪਣੇ ਆਪ ਨੂੰ ਸਦਾਉਣ ਵਾਲੇ ਕਹਿੰਦੇ ਨੇ ਰੱਬ ਦਿਖਾਓ ਕਿੱਥੇ ਹੈ, ਤਾਂ ਉਹਨਾਂ ਦੀ ਜਿੰਨੀ ਸੋਚ ਹੈ ਉਹ ਚਾਰ ਵਾਕ ਗ੍ਰੰਥ ਦੇ ਨਾਲ ਰਲਦੀ ਹੈ। ਚਾਰ ਵਾਕ ਇੱਕ ਸ਼ਾਸਤਰ ਦਾ ਨਾਮ ਹੈ, ਉਹ ਵੀ ਇਹੀ ਗੱਲ ਕਹਿੰਦਾ ਹੈ। ਚਾਰ ਵਾਕ ਵੀ ਕਹਿੰਦਾ ਹੈ ਕਿ ਰੱਬ ਦੀ ਹੋਂਦ ਨਹੀਂ ਹੈ, ਜੇ ਰੱਬ ਦੀ ਹੋਂਦ ਹੈ ਤਾਂ ਵਿਖਾਓ ਕਿੱਥੇ ਹੈ। ਪਰ ਚਾਰ ਵਾਕ ਇੱਕ ਹੋਰ ਗੱਲ ਨੂੰ ਵੀ ਮੰਨਦਾ ਹੈ। ਕਿਹੜੀ ਗੱਲ ਨੂੰ ਮੰਨਦਾ? ਕਿਹੜੀ ਗੱਲ ਮੰਨਦਾ? ਚਾਰ ਵਾਕ ਕੇਵਲ ਤੇ ਕੇਵਲ ਚਾਰ ਤੱਤਾਂ ਨੂੰ ਤੋਂ ਬਣੀ ਹੋਈ ਸ੍ਰਿਸ਼ਟੀ ਮੰਨਦਾ ਹੈ। ਉਹ ਆਕਾਸ਼ ਨੂੰ ਤੱਤ ਹੀ ਨਹੀਂ ਮੰਨਦਾ। ਕਹਿੰਦਾ ਚਾਰ ਤੱਤਾਂ ਤੋਂ, ਜਿਵੇਂ ਗੁਰੂ ਖਾਲਸਾ ਜੀ ਮਹਾਰਾਜ ਜੀ ਬਾਣੀ ਪੜੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਆਪਣੇ ਆਪ ਨੂੰ ਬੜਾ ਸੁਜਾਣਾ ਜਾਣਦਾ ਇਹ ਜੀਵ। ਇਹ ਤੇਰਾ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਪੰਜ ਤੱਤ ਕਿਹੜੇ ਕਿਹੜੇ ਨੇ? ਹਵਾ, ਪਾਣੀ, ਧਰਤੀ, ਆਕਾਸ਼ ਤੇ ਅੱਗ। ਹੁਣ ਆਕਾਸ਼ ਸਾਡੇ ਵਿੱਚ ਕਿੱਥੋਂ ਆ ਗਿਆ? ਸਾਨੂੰ ਇਹ ਸੋਚਣਾ ਪਵੇਗਾ। ਆਕਾਸ਼ ਨੂੰ ਅਸੀਂ ਕਿੱਥੇ ਵਿਖਾਵਾਂਗੇ ਕਿਸੇ ਨੂੰ? ਆਕਾਸ਼ ਜਿਹੜਾ ਰੱਬ ਵਾਲੇ ਬੰਨੇ ਨੂੰ ਤਾਂ ਮੂੰਹ ਉੱਪਰ ਨੂੰ ਮੂੰਹ ਚੁੱਕ ਕੇ ਜੇ ਆਕਾਸ਼ ਦਿਖਾਉਣ ਦਾ ਯਤਨ ਕਰਾਂਗੇ, ਕਿੱਥੋਂ ਤੱਕ ਦਿਖਾਵਾਂਗੇ? ਉਹ ਸਾਡੇ ਸਰੀਰ ਦੇ ਵਿੱਚ ਕਿੱਥੇ ਹੈ ਉਹਦੀ ਹੋਂਦ? ਪਰ ਮਹਾਰਾਜ ਪੰਜਾਂ ਤੱਤਾਂ ਦਾ ਤੱਤ ਸਰੀਰ ਮੰਨ ਲਏ ਨੇ। ਸਾਨੂੰ ਥੋੜਾ ਦਿਮਾਗ ਨੂੰ ਖੋਲ ਕਰਕੇ ਵਿਚਾਰ ਨੂੰ ਡੀਪਲੀ ਖੜ ਕੇ ਸਮਝਣ ਦਾ ਯਤਨ ਕਰਨਾ ਪਵੇਗਾ। ਜੇ ਮਹਾਰਾਜ ਪੰਜਾਂ ਤੱਤਾਂ ਨੂੰ ਮੰਨ ਰਹੇ ਨੇ, ਚਾਰ ਤੱਤਾਂ ਦਾ ਸਰੀਰ ਨਹੀਂ ਮੰਨ ਰਹੇ, ਤੇ ਇਹਦਾ ਮਤਲਬ ਹੈ ਕਿ ਫਿਰ ਪ੍ਰਮਾਤਮਾ ਨੂੰ ਵੀ ਮੰਨਣਾ ਪਵੇਗਾ। ਜੇ ਆਕਾਸ਼ ਦੀ ਹੋਂਦ ਨੂੰ ਨਹੀਂ ਮੰਨਦੇ ਫਿਰ ਤਾਂ ਮੰਨ ਲਵਾਂਗੇ ਕਿ ਫਿਰ ਤਾਂ ਉਹਨਾਂ ਦੀ ਗੱਲ ਮੰਨਣੇ ਯੋਗ ਹੈ। ਜੇ ਗੁਰਬਾਣੀ ਕਹਿ ਦਿੰਦੀ ਕਿ ਚਾਰ ਤੱਤਾਂ ਦਾ ਸਰੀਰ ਹੈ ਤਾਂ ਫਿਰ ਅਸੀਂ ਮੰਨ ਲੈਂਦੇ ਕਿ ਹਾਂ ਰੱਬ ਨਹੀਂ ਹੈ। ਪਰੰਤੂ ਜੇ ਗੁਰਬਾਣੀ ਪੰਜਾਂ ਤੱਤਾਂ ਤੇ ਮੋਹਰ ਲਾ ਰਹੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਪੰਜਾਂ ਤੱਤਾਂ ਤੇ ਮੋਹਰ ਲਾ ਰਹੇ ਨੇ, ਤਾਂ ਫਿਰ ਸਾਨੂੰ ਇਹ ਗੱਲ ਯਕੀਨ ਕਰਨਾ ਪਵੇਗਾ ਗੁਰੂ ਤੇ ਕਿ ਪ੍ਰਮਾਤਮਾ ਹੈ। ਤੇ ਉਹ ਜਿੱਥੇ ਕਿੱਥੇ ਵੀ ਅਸੀਂ ਉਸ ਪ੍ਰਮਾਤਮਾ ਨੂੰ ਤੱਕੀਏ, ਉਹਦੀ ਹੋਂਦ ਹਰ ਜਗ੍ਹਾ ਤੇ ਵਿਆਪਕ ਹੈ। ਜਦੋਂ ਉਹਦੀ ਹੋਂਦ ਹਰ ਜਗ੍ਹਾ ਤੇ ਵਿਆਪਕ ਸਾਨੂੰ ਦਿਖੇਗੀ, ਸਾਨੂੰ ਇਸ ਗੱਲ ਦਾ ਵਿਸ਼ਵਾਸ ਹੋ ਜਾਵੇਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਸਾਡੇ ਅੰਦਰ ਦਾ ਜਿਹੜਾ
ਹਉਮੈ ਹੰਕਾਰ ਹੈ ਖਤਮ ਹੋ ਜਾਵੇਗਾ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਰਾਮਦਾਸ ਜੀਆਂ ਨੇ ਕਿਰਪਾ ਕੀਤੀ, ਸਾਨੂੰ ਇਹ ਗੱਲ ਕਹੀ ਕਿ ਘਟ ਘਟ ਦੇ ਵਿੱਚ ਵਸਿਆ ਹੈ ਪ੍ਰਮਾਤਮਾ, ਤੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੋ ਗਿਆ। ਕੈ ਪਹਿ ਕਰੋ ਅਰਦਾਸ ਬੇਨਤੀ। ਮਹਾਰਾਜ ਜੀ ਕਹਿਣ ਲੱਗੇ ਫਿਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਕਿ ਹਰ ਥਾਂ ਤੇ ਵਾਹਿਗੁਰੂ ਹੈ, ਫਿਰ ਕੈ ਪਹਿ ਕਰੋ ਅਰਦਾਸ ਬੇਨਤੀ, ਫਿਰ ਅਰਦਾਸ ਕਿੱਥੇ ਵਿਸ਼ੇਸ਼ ਖਲੋ ਕੇ ਕਰਾਂ, ਅਰਦਾਸ ਕਿਹੜੀ ਜਗ੍ਹਾ ਤੇ ਖਲੋ ਕੇ ਕੀਤੀ ਜਾਵੇ। ਅਰਦਾਸ ਦਾ ਅਰਥ ਹੈ, ਅਰ ਨਾਮ ਹੁੰਦਾ ਹੈ ਵੈਰੀ, ਤੇ ਦਾਸ ਨਾਮ ਹੁੰਦਾ ਹੈ ਜਿਹੜਾ ਵੈਰੀਆਂ ਨੂੰ ਵੀ ਦਾਸ ਬਣਾ ਦੇਵੇ। ਭਾਵ ਹੁਣ ਜਿਹੜਾ ਸਾਡਾ ਵੈਰੀ ਹੈ, ਕੋਈ ਇਹੋ ਜਿਹਾ ਬਚਨ, ਕੋਈ ਇਹੋ ਜਿਹੀ ਕਿਰਪਾ ਜਿਹੜੀ ਵੈਰੀਆਂ ਨੂੰ ਵੀ ਸਾਡੇ ਦਾਸ ਬਣਾ ਦੇਵੇ। ਹੁਣ ਅਸੀਂ ਗੁਰੂ ਗਾੜੀ ਖਲੋ ਕੇ ਅਰਦਾਸ ਕਰਦੇ ਹਾਂ, ਹੇ ਮਹਾਰਾਜ ਕਿਰਪਾ ਕਰਨੀ, ਤੇ ਕਿਰਪਾ ਦਾ ਅਰਥ ਕੀ ਹੈ? ਕਿਰਪਾ ਦਾ ਅਰਥ ਕੀ ਹੈ ਕਿ ਸਾਡੇ ਜਿੰਨੇ ਵੈਰੀ ਨੇ ਉਹ ਸਾਡੇ ਮਿੱਤਰ ਬਣ ਜਾਣ। ਵਾਹਿਗੁਰੂ ਅੱਗੇ ਕਿੱਥੇ ਖਲੋ ਕਰਕੇ ਅਰਜ਼ੋਈ ਕਰਾਂਗੇ ਜਦੋਂ ਵਾਹਿਗੁਰੂ ਦੀ ਹੋਂਦ ਵਿਆਪਕ ਹੈ। ਜੋ ਸੁਨਤੋ ਹੈ ਰਘੁਰਾਇਓ। ਮਹਾਰਾਜ ਕਹਿੰਦੇ ਉਹ ਕਿੱਥੇ ਅਰਜ਼ੋਈ ਕੀਤੀ ਜਾਵੇ? ਜੋ ਸੁਨਤੋ ਹੈ ਰਘੁਰਾਇਓ, ਜਦੋਂ ਪ੍ਰਮਾਤਮਾ ਸਾਨੂੰ ਸਾਰਿਆਂ ਥਾਵਾਂ ਤੇ ਰਘੁਰਾਇਓ, ਉਹ ਪ੍ਰਮਾਤਮਾ ਹਰ ਥਾਂ ਤੇ ਜਦੋਂ ਵਿਆਪਕ ਹੈ, ਉਹ ਹਰ ਜਗ੍ਹਾ ਤੇ ਸੁਣ ਰਿਹਾ ਹੈ। ਜੀਵ ਨੂੰ ਕਦੀ ਭੁਲੇਖਾ ਪੈ ਜਾਂਦਾ ਹੈ, ਮਨ ਦੇ ਵਿੱਚ ਕੀ ਸੋਚਦਾ ਹੈ ਕਿ ਰੱਬ ਮੈਨੂੰ ਸੁਣਦਾ ਨਹੀਂ, ਰੱਬ ਮੈਨੂੰ ਵੇਖਦਾ ਨਹੀਂ। ਇੱਕ ਸਾਧੂ ਸੀ, ਮੈਨੂੰ ਬਚਨ ਯਾਦ ਆ ਗਿਆ, ਸਾਧੂ ਦੇ ਆਪਣੇ ਚੇਲਿਆਂ, ਦੋ ਚੇਲਿਆਂ ਦੀ ਪਰਖ ਦੇ ਵਾਸਤੇ ਉਹਨੇ ਕੀ ਕੀਤਾ ਕਿ ਦੋ ਚੇਲਿਆਂ ਦੇ ਹੱਥਾਂ ਦੇ ਵਿੱਚ ਕਬੂਤਰ ਫੜਾ ਦਿੱਤੇ। ਦੋ ਚੇਲਿਆਂ ਨੂੰ ਕਹਿਣ ਲੱਗਾ ਕਿ ਜਾਓ, ਜਿਸ ਜਗ੍ਹਾ ਦੇ ਉੱਪਰ ਤੁਹਾਨੂੰ ਕੋਈ ਨਹੀਂ ਵੇਖਦਾ, ਉਸ ਜਗ੍ਹਾ ਦੇ ਉੱਪਰ ਇਸ ਕਬੂਤਰ ਨੂੰ ਮਾਰ ਕੇ ਲੈ ਕੇ ਆਓ। ਹੁਣ ਦੋ ਚੇਲੇ ਸਨ, ਉਹਨਾਂ ਨੇ ਉੱਠੇ। ਇੱਕ ਨੇ ਸੋਚਿਆ ਕਿ ਇੱਥੇ ਤੇ ਉਸਤਾਦ ਵੇਖ ਰਹੇ, ਗੁਰੂ ਵੇਖ ਰਿਹਾ, ਇਹ ਮੇਰੇ ਸਾਥੀ ਵੇਖ ਰਿਹਾ, ਮੈਂ ਬਾਹਰ ਜਾਣਾ। ਉਹ ਬਾਹਰ ਨੂੰ ਨਿਕਲ ਗਿਆ। ਜਿਹੜਾ ਦੂਸਰਾ ਸੀ ਉਹ ਉੱਥੇ ਬੈਠਾ ਹੈ। ਉਹ ਜਿਹੜਾ ਪਹਿਲਾਂ ਵੇਖਦਾ ਕਿ ਸਾਥੀ ਨੇ ਵੇਖਿਆ, ਗੁਰੂ ਨੇ ਵੇਖਿਆ, ਬਾਹਰ ਨਿਕਲਿਆ। ਕਦੀ ਕੋਈ ਵੇਖਦਾ, ਕਦੀ ਕਿਤੇ ਜਾਂਦਾ, ਕਦੀ ਕਿਤੇ ਜਾਂਦਾ। ਫਿਰ ਮਨ ਦੇ ਵਿੱਚ ਵਿਚਾਰ ਆਉਂਦੀ ਹੈ ਕਿ ਪ੍ਰਮਾਤਮਾ ਵੇਖ ਰਿਹਾ। ਪ੍ਰਮਾਤਮਾ ਤੋਂ ਲੁਕਦਾ ਲੁਕਾਉਂਦਾ ਬੜੀਆਂ ਜਗ੍ਹਾ ਤੇ ਗਿਆ, ਕਿਤੇ ਵੀ ਨਹੀਂ ਉਹਨੂੰ ਪ੍ਰਮਾਤਮਾ ਦੀ ਹੋਂਦ ਨਹੀਂ, ਇਹੋ ਜਿਹੀ ਥਾਂ ਹੀ ਨਹੀਂ ਲੱਭੀ ਕਿ ਜਿੱਥੇ ਉਹਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਨੂੰ ਪ੍ਰਮਾਤਮਾ ਵੇਖਦਾ। ਹਰ ਜਗ੍ਹਾ ਤੇ ਉਹਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਪ੍ਰਮਾਤਮਾ ਵੇਖਦਾ ਹੈ। ਉਹ ਲੈ ਕੇ ਉਸੇ ਤਰ੍ਹਾਂ ਜਿਉਂਦਾ ਕਬੂਤਰ ਅਤੇ ਗੁਰੂ ਆਪਣੇ ਦੇ ਕੋਲ ਲੈ ਕੇ ਆ ਗਿਆ। ਆਉਂਦਿਆਂ ਨੂੰ ਦੂਸਰਾ ਉੱਥੇ ਬੈਠਾ ਸੀ। ਦੂਸਰੇ ਨੇ ਤੇ 1 ਸਕਿੰਟ ਹੀ ਲਾਇਆ ਉੱਥੇ ਹੀ, ਜਦੋਂ ਗੁਰੂ ਨੇ ਕਿਹਾ ਕਿ ਜਿੱਥੇ ਕੋਈ ਨਾ ਵੇਖਿਓ ਉੱਥੇ ਕਬੂਤਰ ਦੀ ਧੌਣ ਮਰੋੜ ਕੇ, ਭਾਵ ਕਬੂਤਰ ਨੂੰ ਮਾਰ ਕੇ ਮੇਲੇ ਕੋਲ ਲੈ ਕੇ ਆਇਓ। ਜਿਹਦੇ ਮਨ ਦੇ ਵਿੱਚ ਸਚਾਈ ਸੀ, ਜਿਹਨੂੰ ਪ੍ਰਮਾਤਮਾ ਤੇ ਯਕੀਨ ਸੀ, ਉਹਨੇ ਸਾਰੀਆਂ ਥਾਵਾਂ ਖੋਜੀਆਂ, ਪਰ ਕਿਤੇ ਵੀ ਉਹਨੂੰ ਇਹ ਗੱਲ ਦਾ ਯਕੀਨ ਨਾ ਹੋਇਆ ਕਿ ਪ੍ਰਮਾਤਮਾ ਦੀ ਹੋਂਦ ਨਹੀਂ ਹੈ। ਉਹਨੇ ਹਰ ਥਾਂ ਤੇ ਪ੍ਰਮਾਤਮਾ ਨੂੰ ਵੇਖਿਆ। ਉਹਨੇ ਕਿਹਾ ਨਹੀਂ ਪ੍ਰਮਾਤਮਾ ਹੈ, ਤਾਂ ਉਹ ਡਰਦਾ ਉਸ ਕਬੂਤਰ ਨੂੰ ਮਾਰਨ ਦਾ ਉਹਦੇ ਅੰਦਰ ਹਈਆ ਨਾ ਪਿਆ। ਪਰ ਜਿਹਨੂੰ ਪੂਰਨ ਭਰੋਸਾ ਨਹੀਂ ਸੀ, ਉਹਨੇ ਕੀ ਕੀਤਾ, ਉੱਥੇ ਗੁਰੂ ਦੇ ਸਾਹਮਣੇ ਚੋਲੇ ਦਾ ਝੱਗਾ, ਚੋਲੇ ਦਾ ਇੱਕ ਪੱਲਾ ਚੁੱਕਿਆ ਤੇ ਉਹਦੇ ਥੱਲੇ ਕਰਕੇ ਤੇ ਕਬੂਤਰ ਦੀ ਧੌਣ ਮਰੋੜ ਦਿੱਤੀ ਵੀ ਇੱਥੇ ਕੋਈ ਨਹੀਂ ਵੇਖਦਾ। ਪ੍ਰਮਾਤਮਾ ਤੇ ਯਕੀਨ ਹੀ ਇੱਕ ਜਿਹੜਾ ਗੁਰੂ ਖਾਲਸਾ ਜੀ, ਉਹ ਸਾਨੂੰ ਸੱਚ ਦੇ ਰਸਤੇ ਤੇ ਲੈ ਕੇ ਚੱਲ ਸਕਦਾ ਹੈ। ਜੇ ਉਹਨੂੰ ਸਾਹਮਣੇ ਬੈਠੇ ਗੁਰੂ ਤੋਂ ਉਹਨੂੰ ਮਹਿਸੂਸ ਨਹੀਂ ਸੀ ਹੋ ਰਿਹਾ ਕਿ ਪ੍ਰਮਾਤਮਾ ਦੀ, ਸ਼ਾਇਦ ਉਹਨੂੰ ਲੱਗਾ ਕਿ ਚੋਲੇ ਦੇ ਥੱਲੇ ਕੋਈ ਵੀ ਨਹੀਂ ਵੇਖਦਾ, ਉਹਨੇ ਉੱਥੇ ਧੌਣ ਮਰੋੜ ਕੇ ਗੁਰੂ ਦੇ ਗਾੜੀ ਰੱਖ ਦਿੱਤਾ। ਗੁਰੂ ਨੇ ਫੇਲ ਕਰ ਦਿੱਤਾ ਉਸਨੂੰ, ਕਹਿੰਦਾ ਬਿਲਕੁਲ ਤੂੰ ਫੇਲ ਹੈ। ਕਿਉਂ? ਕਿਉਂਕਿ ਤੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਪ੍ਰਮਾਤਮਾ ਹਰ ਜਗ੍ਹਾ ਤੇ ਹੈ, ਵਾਹਿਗੁਰੂ ਦੀ ਹੋਂਦ ਹਰ ਜਗ੍ਹਾ ਤੇ ਵਿਆਪਕ ਹੈ। ਫਿਰ ਉਸ ਚੇਲੇ ਨੂੰ ਉਸ ਗੁਰੂ ਨੇ ਦੂਰ ਕਰ ਦਿੱਤਾ। ਗੁਰੂ ਖਾਲਸਾ ਜੀ, ਜਿਹੜਾ ਸਾਡਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਜਗ੍ਹਾ ਹੀ ਨਹੀਂ ਹੈਗੀ। ਮਹਾਰਾਜ ਕਹਿੰਦੇ ਕੈ ਪਹਿ ਕਰੋ ਅਰਦਾਸ ਬੇਨਤੀ, ਕਿਹੜੀ ਵਿਸ਼ੇਸ਼ ਜਗ੍ਹਾ ਤੇ ਜਾ ਕੇ ਅਰਦਾਸ ਕੀਤੀ ਜਾਵੇ, ਬੇਨਤੀ ਕੀਤੀ ਜਾਵੇ। ਜੋ ਸੁਨਤੋ ਹੈ ਰਘੁਰਾਇਓ, ਜਦੋਂ ਉਹ ਰਘੁਰਾਇਓ ਪ੍ਰਮਾਤਮਾ ਹਰ ਜਗ੍ਹਾ ਤੇ ਬੈਠਾ ਸੁਣਦਾ ਹੈ, ਵਿਸ਼ੇਸ਼ ਕਿਸੇ ਜਗ੍ਹਾ ਤੇ। ਇੱਥੇ ਹੁਣ ਵਿਸ਼ੇਸ਼ ਅਸਥਾਨਾਂ ਤੇ ਟਾਰਗੇਟ ਨਾ ਕੀਤਾ ਜਾਵੇ। ਭਾਵ ਕਈ ਲੋਕ ਉਸ ਸਮੇਂ ਇਹ ਗੱਲਾਂ ਮਨੌਤਾਂ ਮੰਨਦੇ ਸਨ ਕਿ ਫਲਾਣੀ ਜਗ੍ਹਾ ਤੇ ਜਾ ਕਰਕੇ ਅਸੀਂ ਜਾ ਕੇ ਆਹ ਗੱਲ ਕਰਾਂਗੇ ਤੇ ਐਦਾਂ ਹੋਵੇਗਾ। ਮਹਾਰਾਜ ਕਹਿੰਦੇ ਨਹੀਂ,
ਪ੍ਰਮਾਤਮਾ ਹਰ ਜਗ੍ਹਾ ਤੇ ਵਿਆਪਕ ਹੈ। ਜੇ ਤੂੰ ਆਪਣੇ ਘਰ ਦੇ ਵਿੱਚ ਹੈ ਤਾਂ ਤੇਰੇ ਘਰ 'ਚ ਵੀ ਪ੍ਰਮਾਤਮਾ ਹੈ। ਜੇ ਤੂੰ ਵਿਦੇਸ਼ ਦੇ ਵਿੱਚ ਹੈ ਤੇ ਉੱਥੇ ਵੀ ਪ੍ਰਮਾਤਮਾ, ਵਾਹਿਗੁਰੂ ਹਰ ਜਗ੍ਹਾ ਤੇ ਹੈ। ਕੋਈ ਵਿਸ਼ੇਸ਼ਤਾ ਦੀ ਗੱਲ ਨਹੀਂ। ਹਾਂ, ਸਾਡੇ ਧਾਰਮਿਕ ਅਸਥਾਨ ਪੂਜਣਯੋਗ ਹਨ, ਸਤਿਕਾਰਯੋਗ ਹਨ। ਉਹਨਾਂ ਦਾ ਸਤਿਕਾਰ ਬਹਾਲ ਰੱਖਣਾ, ਉਹਨਾਂ ਅਸਥਾਨਾਂ ਤੇ ਕੀਤੀ ਹੋਈ ਬੰਦਗੀ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਸਾਨੂੰ ਹੋਰ ਬੰਦਗੀ ਵੱਲ ਜੋੜਨਗੀਆਂ। ਉੱਥੇ ਜਿਹੜਾ ਬੀਤਿਆ ਹੋਇਆ ਇਤਿਹਾਸ ਹੈ ਉਹ ਸਾਨੂੰ ਹੋਰ ਤੇਜ਼ੀ ਦੇ ਨਾਲ ਪਰਮਾਤਮਾ ਵੱਲ ਖਿੱਚ ਕੇ ਲੈ ਕੇ ਜਾਵੇਗਾ। ਇਸ ਕਰਕੇ ਉਹਨਾਂ ਦੀ ਨਿੰਦਾ ਨਹੀਂ, ਪਰੰਤੂ ਪ੍ਰਮਾਤਮਾ ਹਰ ਜਗ੍ਹਾ ਤੇ ਵਸਦਾ ਹੈ। ਲਹਿਓ ਸਹਸਾ ਬੰਧਨ ਗੁਰ ਤੋਰੇ। ਕਿਰਪਾ ਹੋ ਗਈ। ਕਹਿੰਦੇ ਕਿਰਪਾ ਕੀ ਕੀਤੀ? ਕਰੀ ਕਿਰਪਾ ਦਇਆਲ ਬੀਠ ਲੈ। ਹੁਣ ਕਿਰਪਾ ਹੀ ਤੇ ਇਹੀ ਕੀਤੀ ਹੈ। ਮਹਾਰਾਜ ਕਹਿੰਦੇ ਲਹਿਓ ਸਹਸਾ। ਮੇਰੇ ਮਨ ਦੇ ਵਿੱਚ ਜਿਹੜਾ ਸ਼ੰਕਾ ਸਹਸਾ ਪਿਆ ਹੋਇਆ ਸੀ ਨਾ ਕਿ ਰੱਬ ਕਿੱਥੇ ਹੈ, ਕਿੱਥੇ ਜਾ ਕੇ ਰੱਬ ਨੂੰ ਲੱਭਿਆ ਜਾਵੇ, ਤਾਂ ਕਹਿਣ ਲੱਗੇ, ਕਹਿੰਦੇ ਉਹ ਸਹਸਾ ਦੂਰ ਹੋ ਗਿਆ। ਮੈਂ ਕਿਸੇ ਬੜੀ ਵੱਡੀ, ਵਿਸ਼ੇਸ਼ ਕਰਕੇ ਨਾਂ ਨਾ ਲੈਂਦਾ ਹੋਇਆ, ਬੜੀ ਵੱਡੀ ਇੱਕ ਸੰਸਥਾ ਦੇ ਮੁਖੀ ਦੇ ਇਤਿਹਾਸ ਨੂੰ ਪੜ੍ਹਿਆ। ਉਹ ਕੀ ਲਿਖਦਾ ਹੈ? ਕਹਿੰਦਾ ਕਿ ਮੈਂ ਜਪਜੀ ਸਾਹਿਬ ਦਾ ਪਾਠ ਵੀ ਕਰਦਾ ਸੀ, ਮੈਂ ਗੁਰੂ ਦੀ ਖੋਜ ਦੇ ਵਿੱਚ ਲੱਭਿਆ, ਬੜੀ ਦੂਰ ਦੂਰ ਗਿਆ, ਮੈਨੂੰ ਕਿਤੇ ਗੁਰੂ ਨਹੀਂ ਮਿਲਿਆ। ਸੱਚੇ ਨੂੰ ਛੱਡ ਕੇ ਕੱਚੇ ਦੀ ਭਾਲ ਕਰਨੀ ਉਹ ਮੂਰਖਤਾ ਹੁੰਦੀ ਹੈ। ਜਿਹੜਾ ਬੰਦਾ ਚਾਣਕਿਆ ਨੀਤੀ ਦਾ ਬਚਨ ਹੈ, ਕਹਿੰਦੇ ਜਿਹੜਾ ਬੰਦਾ ਸੱਚ ਨੂੰ ਛੱਡ ਕੇ ਝੂਠ ਤੇ ਯਕੀਨ ਕਰਨ ਲੱਗ ਜਾਵੇ, ਉਹਦੇ ਅੰਦਰੋਂ ਸੱਚ ਦੇ ਜਿਹੜਾ ਖਤਮ ਹੋ ਜਾਂਦਾ ਹੈ, ਉਹਦਾ ਝੂਠ ਤੇ ਵਿੱਚ ਵਿਸ਼ਵਾਸ ਬਣ ਜਾਂਦਾ ਹੈ। ਜੋ ਨਿਸ਼ਚੈ ਕੋ ਛਾੜ ਕੇ ਕਰੇ ਅਨਿਸ਼ਚੈ ਚਾਹੇ, ਤਾਕਾ ਨਿਸ਼ਚਾ ਜਾਤ ਹੈ। ਉਹਦਾ ਨਿਸ਼ਚਾ ਚਲਿਆ ਜਾਂਦਾ, ਉਹਦੇ ਅੰਦਰੋਂ ਸੱਚ ਖਤਮ ਹੋ ਜਾਂਦਾ ਹੈ। ਪਰਮਾਤਮਾ ਜਪਜੀ ਸਾਹਿਬ ਤੇ ਵਿਸ਼ਵਾਸ ਛੱਡ ਕੇ ਤੂੰ ਹੋਰ ਨਾ ਬੰਨੇ ਗੁਰੂ ਦੀ ਆਸ ਕਰਦਾ ਫਿਰਦਾ ਹੈ। ਗੁਰੂ ਦੀ ਆਸ ਦੇ ਵਿੱਚ ਉਹ ਕਹਿੰਦਾ ਮੈਂ ਘੁੰਮਦਿਆਂ ਘਮਾਉਂਦਿਆਂ ਬਨਾਰਸ ਕਦੀ ਕਿਤੇ ਗਿਆ ਤੇ ਜਾ ਕਰਕੇ ਮੈਨੂੰ ਇੱਕ ਗੁਰੂ ਮਿਲਿਆ ਤੇ ਉਹਨੇ ਮੇਰੇ ਤੇ ਕਿਰਪਾ ਕਰ ਦਿੱਤੀ। ਇਹੋ ਜਿਹਾ ਗੁਰੂ ਕਿਹੜਾ ਮਿਲ ਗਿਆ ਜਿਹੜਾ ਗੁਰੂ ਕੇ ਸ਼ਬਦ ਤੋਂ ਵੀ ਉੱਪਰ ਹੈ। ਆਪਣੇ ਗੁਰੂ ਕੇ ਸ਼ਬਦ ਤੋਂ ਉੱਪਰ ਕੋਈ ਗੁਰੂ ਨਹੀਂ। ਸੋ ਗੁਰੂ ਖਾਲਸਾ ਜੀ, ਸ਼ਬਦ ਦੇ ਦੁਆਰਾ ਹੀ ਅਸੀਂ ਪਰਮਾਤਮਾ ਤੱਕ ਪੁੱਜਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀਆਂ ਨੇ ਕਿਰਪਾ ਕੀਤੀ, ਮੇਰੇ ਮਨ ਦਾ ਸ਼ੰਕਾ ਦੂਰ ਕਰ ਦਿੱਤਾ। ਬੰਧਨ ਗੁਰ ਤੋਰੇ। ਜਿਹੜੇ ਮੇਰੇ ਬੰਧਨ ਪਏ ਹੋਏ ਸੀ ਨਾ ਕਿ ਇਹ ਸਰੀਰ ਮੇਰਾ ਹੈ, ਇਹ ਗੱਡੀ ਮੇਰੀ ਹੈ, ਇਹ ਕਾਰ ਮੋਟਰਸਾਈਕਲ ਘੋੜੇ ਤਬੇਲੇ ਇਹ ਮੇਰੇ ਹਨ, ਮਹਾਰਾਜ ਕਹਿੰਦੇ ਇਹ ਬੰਧਨ ਨੇ। ਇਹ ਸਾਰੇ ਗੁਰੂ ਖਾਲਸਾ ਜੀ ਸਾਨੂੰ ਬੰਧਨ ਨੇ। ਸਾਡੀਆਂ ਆਪਣੀਆਂ ਚੀਜ਼ਾਂ ਮੰਨ ਲੈਂਦੇ ਆ, ਇਹ ਬੰਧਨ ਨੇ, ਇਹਨਾਂ ਦੇ ਨਾਲ ਅਸੀਂ ਬੱਝੇ ਹੋਏ ਹਾਂ। ਸਾਨੂੰ ਕੋਈ ਸਪੈਸ਼ਲ ਕਿੱਲਾ ਨਹੀਂ ਪਰਮਾਤਮਾ ਨੇ ਬੰਨਣ ਨੂੰ ਲਾਇਆ। ਅਸੀਂ ਆਪ ਹੀ ਕਿੱਲੇ ਖਰੀਦਦੇ ਹਾਂ ਲੱਖਾਂ ਰੁਪਈਆਂ ਦੇ, ਉਹਨਾਂ ਕਿੱਲਿਆਂ ਦੇ ਨਾਲ ਆਪ ਹੀ ਬੱਝੇ ਹੋਏ ਹਾਂ। ਉਹਨਾਂ ਕਿੱਲਿਆਂ ਨੂੰ ਖਰੀਦਣ ਵਾਸਤੇ ਅਸੀਂ ਰਾਤ ਦਿਨ ਯਤਨ ਕਰ ਰਹੇ ਹਾਂ। ਜਿਵੇਂ ਕਿਸੇ ਪਸ਼ੂ ਨੂੰ ਕਿੱਲੇ ਦੇ ਨਾਲ ਬੰਨਿਆ ਜਾਂਦਾ ਹੈ ਤੇ ਉਹ ਪਸ਼ੂ ਆਪ ਹੀ ਕਿੱਲਿਆਂ ਨੂੰ ਆਪਣੇ ਬੈਲ ਗੱਡੀ ਦੇ ਉੱਪਰ ਲੱਦ ਕੇ ਲਿਆਉਂਦਾ ਹੈ ਤੇ ਆਪ ਹੀ ਫਿਰ ਉਹ ਸਾਰੀ ਕਿਰਿਆ ਕਰਦਾ ਹੈ ਤੇ ਉਹਨੂੰ ਉਸ ਹੀ ਕਿੱਲੇ ਦੇ ਨਾਲ ਬੱਧਿਆ ਜਾਂਦਾ ਹੈ। ਜੀਵ ਵੀ ਇਸੇ ਤਰ੍ਹਾਂ ਆਪਣੇ ਵਾਸਤੇ ਕਈ ਵੱਡੇ ਵੱਡੇ ਕਿੱਲੇ, ਕੋਠੀਆਂ ਵਰਗੇ ਕਰੋੜਾਂ ਰੁਪਈਆਂ ਦੀਆਂ ਕੋਠੀਆਂ, ਕਾਰਾਂ, ਇਹ ਕਿੱਲੇ ਖਰੀਦ ਕੇ ਲਿਆਉਂਦਾ ਹੈ। ਲਹਿਓ ਸਹਸਾ ਬੰਧਨ ਗੁਰ ਤੋਰੇ। ਗੁਰੂ ਨੇ ਕਹਿ ਦਿੱਤਾ ਹੈ ਕਿ ਇਹ ਮੇਰੇ ਨਹੀਂ ਆ, ਇਹ ਤੇਰੇ ਨਹੀਂ ਆ, ਇਹਨਾਂ ਨੂੰ ਸਮਝ, ਇਹ ਸਰੀਰ ਵੀ ਤੇਰਾ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਗੁਰੂ ਨੇ ਕਿਰਪਾ ਕੀਤੀ, ਸਭ ਥਾਂ ਤੇ ਰੱਬ ਨੂੰ ਵਿਖਾਇਆ ਤੇ ਮੇਰੇ ਬੰਧਨ ਟੁੱਟ ਗਏ ਹਨ। ਤਾਂ ਸਦਾ ਸਹਿਜ ਸੁਖ ਪਾਇਓ। ਤਾਂ ਕਰਕੇ ਮਹਾਰਾਜ ਕਹਿੰਦੇ ਸਦਾ ਸਹਿਜ ਸੁਖ ਦੀ ਪ੍ਰਾਪਤੀ ਹੋ ਗਈ। ਤਾਂ ਕਰਕੇ ਸਾਨੂੰ ਉਹ ਜਿਹੜਾ ਸਦਾ ਹੀ ਜਿਹੜਾ ਸਹਿਜ ਸੁਖ ਹੈ ਉਹਦੀ ਪ੍ਰਾਪਤੀ ਹੋ ਗਈ। ਸਹਿਜ ਦਾ ਅਰਥ ਹੁੰਦਾ ਹੈ ਸੌਖਾ। ਗੁਰੂ ਖਾਲਸਾ ਜੀ, ਜਿਹੜਾ ਸੁਖ ਹੈ ਇਹਦੇ 9 ਲੱਛਣ ਹਨ। 9 ਲੱਛਣਾਂ ਦੇ ਦੁਆਰਾ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸੁਖ ਸਾਡੀ ਇੱਛਾ ਜਿਹੜੀ ਹੈ 2 ਪ੍ਰਕਾਰ ਦੀ ਹੈ। ਜਿੰਨੇ ਅਸੀਂ ਜੀਵ ਆ ਨਾ, ਸਾਡੀ ਸਾਰਿਆਂ ਦੀ ਇੱਕ ਹੁੰਦੀ ਹੈ ਆਪਣੀ ਇੱਛਾ ਤੇ ਇੱਕ ਹੁੰਦੀ ਹੈ ਓਪਰੀ ਇੱਛਾ। ਆਪਣੀ ਇੱਛਾ ਸਾਡੀ ਕੀ ਹੈ? ਜਿਹੜੀ ਸਾਡੀ ਆਪਣੀ ਕੱਲਿਆਂ ਦੀ ਹੈ, ਭਾਵ ਉਹ ਕਿਸੇ ਦੁਆਰਾ ਸਾਨੂੰ ਕਹੀ ਨਹੀਂ ਗਈ ਕਿ ਤੂੰ ਆਹ ਇੱਛਾ ਕਰ। ਜਿਹੜੀ ਓਪਰੀ ਇੱਛਾ ਹੈ ਉਹ ਗੱਡੀਆਂ ਵੀ ਨੇ, ਮੋਟਰਸਾਈਕਲ ਵੀ ਨੇ। ਜਿਹੜੀ ਇਹ ਆਪਣੀ ਇੱਛਾ ਹੈ ਇਹਦੇ 9 ਲੱਛਣ ਨੇ। ਆਪਣੀ ਇੱਛਾ ਸਾਡੀ ਕੀ ਹੈ? ਸੁਖ। ਸੁਖ ਕੌਣ ਨਹੀਂ ਚਾਹੁੰਦਾ? ਸਾਰੇ ਸੁਖ ਚਾਹੁੰਦੇ ਆ। ਪਰ ਜਿਹੜੀਆਂ ਬਾਕੀ ਇੱਛਾਵਾਂ ਨੇ ਉਹ ਕਿਸੇ ਦੁਆਰਾ ਸਾਡੇ ਅੰਦਰ ਪ੍ਰਗਟ ਕੀਤੀਆਂ ਗਈਆਂ ਨੇ। ਸੁਖ ਦੀ ਇੱਛਾ ਸਾਡੀ ਸੁਭੈਕੀ ਹੈ। ਸੁਖ ਦੀ ਚਾਹਤਾ ਸਾਡੇ ਅੰਦਰ ਸੁਭੈਕੀ ਹੈ। ਸੁਖ ਦੀ ਚਾਹਤਾ 9 ਪ੍ਰਕਾਰ ਦੀ ਹੈ। ਇਹ 9 ਪ੍ਰਕਾਰ ਦੀ ਜਿਹੜੀ ਸਾਡੇ ਅੰਦਰ ਇਹ ਵਿਦਵਾਨ ਜਨ ਦੱਸਦੇ ਨੇ, ਕਹਿੰਦੇ ਜੇ ਅਸੀਂ ਇਸ ਨੂੰ ਸਦਾ ਹੀ ਆਪਣੇ, ਇਹ ਪਹਿਲਾ ਉਹਦਾ ਲੱਛਣ ਹੈ ਸਦਾ ਸੁਖ, ਜਿਹੜੀ ਸਦਾ ਹੀ ਕਦੀ ਨਾ ਮੁੱਕੇ।
ਸਹਿਜ ਸੁਖ, ਜਿਹੜੀ ਸਹਿਜ ਸੌਖੇ ਤਰੀਕੇ ਮਿਲ ਜਾਵੇ, ਇਸ ਤਰ੍ਹਾਂ 9 ਪ੍ਰਕਾਰ ਦੇ ਲੱਛਣਾਂ ਦੁਆਰਾ ਪਾਈ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਸਦਾ ਹੀ ਸਹਿਜੇ ਸੁਖ ਜਿਹੜਾ ਮਿਲ ਗਿਆ। ਕਿੱਦਾਂ? ਸਾਨੂੰ ਰੱਬ ਦਿਖਾ ਦਿੱਤਾ, ਯਕੀਨ ਦਿਵਾ ਦਿੱਤਾ ਕਿ ਵਾਹਿਗੁਰੂ ਹਰ ਜਗ੍ਹਾ ਉੱਪਰ ਵਿਆਪਕ ਹੈ, ਉਹ ਹਰ ਜਗ੍ਹਾ ਦੇ ਉੱਪਰ ਉਹਦੀ ਹੋਂਦ ਵਿਆਪਕ ਹੈ। ਸਾਡੇ ਅੰਦਰੋਂ ਪਾਪ ਵਿਸ਼ੇ ਵਿਕਾਰ ਖੁਦ ਹੀ ਖਤਮ ਹੋ ਗਏ। ਇਸ ਗੱਲ ਨੂੰ ਸਮਝਣ ਦੇ ਨਾਲ ਹੋਣਾ ਸਾ ਸੋਈ ਫੁਨ ਹੋਸੀ, ਜਿਹੜਾ ਹੋਣਾ ਸੀ ਕਾਰਜ, ਲੋਕਾਂ ਦੇ ਮਗਰ ਲੱਗ ਲੱਗ ਕੇ, ਇੰਨੀ ਦੁਨੀਆ ਨੂੰ ਘੁੰਮ ਕਰਕੇ, ਗਿਆਨ ਨੂੰ ਸਮਝ ਕਰਕੇ, ਕਿਤਾਬਾਂ ਨੂੰ ਪੜ੍ਹ ਕਰਕੇ, ਜੰਗਲਾਂ 'ਚ ਲਮਕ ਕਰਕੇ, ਪੁੱਠੇ ਲਮਕ ਕਰਕੇ, ਧੂਣੀਆਂ ਤਪਾ ਕੇ, ਮਹਾਰਾਜ ਕਹਿੰਦੇ ਹੋਣਾ ਸਾ, ਜਿਹੜੀ ਗੱਲ ਹੋਣੀ ਸੀ, ਸੋਈ ਫੁਨ ਹੋਸੀ, ਮਹਾਰਾਜ ਕਹਿੰਦੇ ਉਹੀ ਹੋ ਗਈ। ਜਿਹੜੀ ਚਾਹੁੰਦੇ ਸਾਂ ਕਿ ਪ੍ਰਮਾਤਮਾ ਤੇ ਸਾਡੇ 'ਚ ਕੀ ਫਰਕ ਹੈ, ਅਸੀਂ ਪ੍ਰਮਾਤਮਾ ਤੱਕ ਕਿੱਦਾਂ ਪੁੱਜਣਾ ਹੈ, ਮਹਾਰਾਜ ਕਹਿੰਦੇ ਉਹ ਤੇ ਗੱਲ ਹੋ ਗਈ ਹੈ। ਹੋਈ ਕਿੱਦਾਂ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੱਸਦੇ ਹਨ। ਸੁਖ ਦੁਖ ਕਹਾ ਦਿਖਾਇਓ, ਮਹਾਰਾਜ ਕਹਿੰਦੇ ਸੁਖ ਕਿੱਥੇ ਹੈ ਤੇ ਦੁੱਖ ਕਿੱਥੇ ਹੈ, ਕਹਾ ਦਿਖਾਇਓ, ਮਹਾਰਾਜ ਨੇ ਦਿਖਾ ਦਿੱਤਾ ਹੈ। ਉਹਦੇ ਨਾਲ ਸਾਨੂੰ ਕੀ ਸਮਝ ਆ ਗਈ ਕਿ ਜਿਹੜੀ ਗੱਲ ਹੋਣੀ ਹੈ ਉਹ ਹੋ ਗਈ ਹੈ। ਅਸਲ ਦੇ ਵਿੱਚ ਗੁਰੂ ਖਾਲਸਾ ਜੀ ਸਾਨੂੰ ਦੁੱਖ ਦਾ ਤੇ ਸੁੱਖ ਦਾ ਅੰਤਰ ਹੀ ਨਹੀਂ ਪਤਾ। ਜਿਵੇਂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਯਤਨ ਕਰਤ, ਮਹਾਰਾਜ ਕਹਿੰਦੇ ਜਿਹੜਾ ਜੀਵ ਹੈ ਨਾ ਉਹ ਬੜੇ ਯਤਨ ਕਰਦਾ ਹੈ। ਕਾਹਦੇ ਵਾਸਤੇ? ਸੁੱਖਾਂ ਵਾਸਤੇ। ਮਹਾਰਾਜ ਕਹਿੰਦੇ ਦੁੱਖਾਂ ਵਾਸਤੇ ਯਤਨ ਨਹੀਂ ਕਰਦਾ। ਜੀਵ ਸੋਚਦਾ ਹੈ, ਮਹਾਰਾਜ ਜੀਆਂ ਦੀ ਗੁਰੂ ਤੇਗ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ, ਮਹਾਰਾਜ ਕਹਿੰਦੇ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਹੁਣ ਇਹਦਾ ਅਰਥ ਇਹ ਥੋੜੀ ਕਰਾਂਗੇ ਕਿ ਦੁੱਖਾਂ ਵਾਸਤੇ ਯਤਨ ਨਹੀਂ ਕਰਦਾ। ਦੁੱਖਾਂ ਵਾਸਤੇ ਯਤਨ ਕੋਈ ਵੀ ਨਹੀਂ ਕਰਦਾ। ਦੁੱਖ ਨੂੰ ਦੂਰ ਕਰਨ ਵਾਸਤੇ ਯਤਨ ਨਹੀਂ ਅਸੀਂ ਕਰਦੇ। ਅਸਲ ਦੇ ਵਿੱਚ ਕੀ ਹੈ, ਦੁੱਖ ਦੂਰ ਹੋਵੇਗਾ ਕਿੱਦਾਂ? ਹੁਣ ਡਾਕਟਰ ਦੇ ਕੋਲ ਗਏ ਆ, ਸਾਨੂੰ ਬੁਖਾਰ ਚੜ੍ਹ ਗਿਆ ਹੈ ਤੇ ਡਾਕਟਰ ਨੂੰ ਕਹੀਏ ਕਿ ਸਾਨੂੰ ਬੁਖਾਰ ਦੀ ਗੋਲੀ ਦੇ ਦੇ, ਪੈਰਾਸੀਟਾਮੋਲ ਦੇ ਕੇ ਤੋਰ ਦੇਵੇਗਾ। 4-5 ਘੰਟੇ ਪੈਰਾਸੀਟਾਮੋਲ ਦਾ ਅਸਰ ਰਿਹਾ, ਫੇਰ ਬੁਖਾਰ ਚੜ੍ਹ ਗਿਆ। ਦੁੱਖ ਦੀ ਜੜ ਕੀ ਹੈ? ਦੁੱਖ ਦੀ ਜੜ ਕੀ ਹੈ? ਬੁਖਾਰ ਦੀ ਜੜ ਕੀ ਹੈ? ਸਾਨੂੰ ਬਲੱਡ ਇਨਫੈਕਸ਼ਨ ਹੈ, ਸਾਨੂੰ ਕੋਈ ਨਾ ਕੋਈ ਕਿਸੇ ਜਗ੍ਹਾ ਤੇ ਇਨਫੈਕਸ਼ਨ ਹੈ, ਜਿਹਦੇ ਕਰਕੇ ਸਾਡੇ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੈ ਤੇ ਸਾਡਾ ਬੁਖਾਰ ਸਾਨੂੰ ਆ ਰਿਹਾ ਹੈ। ਜੇ ਤੇ ਡਾਕਟਰ ਨੂੰ ਰੋਗ ਦੱਸ ਦਿੱਤਾ, ਡਾਕਟਰ ਸਿਆਣਾ ਹੋਇਆ, ਉਹਨੇ ਉਸ ਚੀਜ਼ ਨੂੰ ਪਕੜਨਾ ਹੈ, ਉਸ ਬਿਮਾਰੀ ਦੀ ਜੜ ਤੱਕ ਜਾਣਾ ਹੈ ਤੇ ਉਸ ਜੜ ਨੂੰ ਖਤਮ ਕਰਨ ਦਾ ਯਤਨ ਕਰਨਾ ਹੈ। ਜੀਵ ਨੇ ਆਪਣੇ ਅੰਦਰ ਪ੍ਰਮਾਤਮਾ ਨਾਲ ਸਾਂਝ ਪਾਉਣ ਦੀ ਬਜਾਏ, ਪ੍ਰਮਾਤਮਾ ਨੂੰ ਸੱਚੇ ਗੁਰੂ ਨੂੰ ਗੱਲ ਦੱਸਣ ਦੀ ਬਜਾਏ, ਆਪਣੇ ਅਧੂਰੇ ਰੋਗਾਂ ਨੂੰ ਗੁਰੂ ਗਾੜੀ ਰੱਖਣਾ ਸ਼ੁਰੂ ਕਰ ਦਿੱਤਾ। ਅੱਜ ਕੀ ਕਰਦੇ ਆ? ਗੱਡੀ ਦੇ ਦੇ ਰੱਬ ਜੀ, ਸਾਨੂੰ ਮਹਾਰਾਜ ਟਰੈਕਟਰ ਦੇ ਦੇ, ਮੋਟਰਸਾਈਕਲ ਦੇ ਦੇ। ਇਹ ਅਧੂਰਾ, ਜਿਵੇਂ ਇੱਕ ਸਿਰ ਪੀੜ ਦੀ ਗੋਲੀ ਲੈਣ ਜਾਂਦੇ ਆ ਦੁਕਾਨ ਤੋਂ, ਪਰ ਅਸਲ ਗੱਲ ਦਾ ਪਤਾ ਨਹੀਂ ਕਿ ਸਿਰ ਪੀੜ ਦਾ ਕਾਰਨ ਕੀ ਹੈ, ਸਿਰ ਦਰਦ ਕਿਉਂ ਹੋ ਰਿਹਾ ਹੈ। ਕਿਉਂ? ਤੇ ਅਸੀਂ ਜਦੋਂ ਜਾਵਾਂਗੇ ਕਿ ਸਿਰ ਦਰਦ ਕਿਉਂ ਹੋ ਰਿਹਾ, ਫਿਰ ਅਸੀਂ ਡਾਕਟਰ ਨੂੰ ਜਾ ਕੇ ਦੱਸਾਂਗੇ ਕਿ ਸਿਰ ਦਰਦ ਕਿਉਂ ਹੁੰਦਾ, ਉਹ ਚੈੱਕ ਕਰਕੇ ਦਵਾਈ ਦੇਵੇਗਾ। ਗੁਰੂ ਅੱਗੇ ਜਾ ਕਰਕੇ ਅਰਦਾਸ ਕਰਾਂਗੇ, ਹੇ ਗੁਰੂ ਸਾਨੂੰ ਕੀ ਪ੍ਰੋਬਲਮ ਹੈ, ਤਾਂ ਫਿਰ ਗੁਰੂ ਸਾਡੇ ਅੰਦਰ ਬਖਸ਼ਿਸ਼ ਕਰਕੇ ਸਾਡੇ ਅੰਦਰੋਂ ਦੁੱਖ ਨੂੰ ਦੂਰ ਕਰੇਗਾ। ਅਸਲ ਦੇ ਵਿੱਚ ਗੁਰੂ ਖਾਲਸਾ ਜੀ, ਜਿਵੇਂ ਜ਼ਖਮ ਸਾਡੀ ਗਿੱਟੇ ਤੇ ਹੈ ਤੇ ਮਲਮ ਅਸੀਂ ਸਿਰ ਨੂੰ ਲਾ ਰਹੇ ਹਾਂ, ਅੱਜ ਦਾ ਸਾਡਾ ਉਹ ਹਾਲ ਬਣੀ ਪਈ ਹੈ। ਮਹਾਰਾਜ ਜੀ ਸਮਝਾਉਂਦੇ ਹਨ ਕਿ ਸੁੱਖ ਦੁੱਖ ਕਹਾ ਦਿਖਾਇਓ, ਇਹ ਗੁਰੂ ਨੇ ਸਾਨੂੰ ਦਿਖਾ ਦਿੱਤਾ ਹੈ। ਸੁੱਖ ਕੀ ਹੈ ਤੇ ਦੁੱਖ ਕੀ ਹੈ, ਅਸੀਂ ਇਸ ਗੱਲ ਨੂੰ ਸਮਝਿਆ ਹੈ। ਸਮਝ ਕਿਵੇਂ ਸਕਦੇ ਹਾਂ? ਮੈਂ ਥੋੜੀ ਜੀ ਇਸ ਨੂੰ ਉਦਾਹਰਣ ਦੇ ਕਰਕੇ ਗੱਲ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰਾਂ। ਸੁੱਖ ਹੈ ਪਰਮਾਤਮਾ ਦਾ ਸਿਮਰਨ, ਸੁੱਖ ਹੈ ਵਾਹਿਗੁਰੂ ਦਾ ਪਿਆਰ, ਤੇ ਦੁੱਖ ਕੀ ਹੈ? ਸੰਸਾਰ। ਵਾਹਿਗੁਰੂ ਦਾ ਪਿਆਰ ਸੁੱਖ ਹੈ, ਵਾਹਿਗੁਰੂ ਦਾ ਪਿਆਰ, ਵਾਹਿਗੁਰੂ ਦਾ ਸਿਮਰਨ ਸਦਾ ਆਨੰਦ ਹੈ, ਤੇ ਵਾਹਿਗੁਰੂ ਤੋਂ ਵਿਛੜ ਕੇ ਸਦਾ ਹੀ ਦੁੱਖ ਹੈ। ਵਾਹਿਗੁਰੂ ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਉਹਨੂੰ ਕਾਹਦੋਂ, ਉਹਨੂੰ ਧੋਖਾ, ਉਹਨੂੰ ਦੁੱਖ ਕਿੱਥੇ ਜਿਹਨੂੰ ਓਟ ਪਰਮਾਤਮਾ ਦੀ ਹੈ। ਤੇ ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਗਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਤੇ ਸਦਾ ਹੀ ਖੁਆਰੀ, ਉਹ ਸਦਾ ਹੀ ਖੱਜਲ ਹੁੰਦੇ ਰਹਿੰਦੇ ਨੇ। ਸੋ ਇਸੇ ਕਰਕੇ ਗੁਰੂ ਖਾਲਸਾ ਜੀ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਗੁਰੂ ਰਾਮਦਾਸ ਜੀਆਂ ਨੇ ਕਿਰਪਾ ਕੀਤੀ, ਜਿਹੜੀ ਗੱਲ ਹੋਣੀ ਸੀ ਉਹ ਹੋ ਗਈ। ਸਾਨੂੰ ਦੁੱਖ ਸੁੱਖ ਬਾਰੇ ਸਮਝਾ ਦਿੱਤਾ। ਅਸਲ ਦੁੱਖ ਹੈ ਪਰਮਾਤਮਾ ਤੋਂ ਟੁੱਟਣਾ, ਤੇ ਅਸਲ ਸੁੱਖ ਹੈ ਪਰਮਾਤਮਾ ਦੇ ਨਾਲ ਜੁੜਨਾ। ਮਹਾਰਾਜ ਕਹਿੰਦੇ ਉਹ ਗੱਲ ਸਾਡੇ ਖਾਨੇ 'ਚ ਸਮਝ ਆ ਗਈ ਹੈ। ਖੰਡ ਬ੍ਰਹਮੰਡ ਕਾ ਏਕੋ ਠਾਣਾ, ਮਹਾਰਾਜ ਕਹਿੰਦੇ ਖੰਡ ਨਾਮ ਹੈ ਟੁਕੜਿਆਂ ਦਾ। ਧਰਤੀ ਦੇ
ਗੁਰੂ ਖਾਲਸਾ ਜੀ 9 ਖੰਡ ਮੰਨੇ ਜਾਂਦੇ ਨੇ। ਖੰਡ ਨਾਮ ਹੁੰਦਾ ਟੁਕੜਿਆਂ ਦਾ। ਧਰਤੀ ਦੇ 9 ਟੁਕੜੇ ਨੇ। ਬ੍ਰਹਿਮੰਡ ਕੀ ਹੈ? ਇੱਕ ਸਾਰੀ ਧਰਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿੰਨੀ ਵੀ ਛੋਟੇ ਛੋਟੇ ਖੰਡ 9 ਜਾਂ ਪੂਰਾ ਬ੍ਰਹਿਮੰਡ, ਇਹਨਾਂ ਦਾ ਇੱਕੋ ਹੀ ਠਾਣਾ, ਇੱਕ ਟਿਕਾਣਾ ਹੈ, ਇੱਕ ਅਸਥਾਨ ਹੈ। ਗੁਰ ਪਰਦਾ ਖੋਲ ਦਿਖਾਇਓ। ਗੁਰੂ ਨੇ ਪਰਦਾ ਖੋਲ ਕਰਕੇ ਦਿਖਾ ਦਿੱਤਾ। ਕਈ ਲੋਕ ਕੀ ਕਰਿਆ ਕਰਦੇ ਸਨ ਉਸ ਵੇਲੇ, ਐਸ ਖੰਡ ਦੇ ਵਿੱਚ ਰੱਬ ਦੀ ਭਗਤੀ ਜਾਂਦੀ। ਅੱਜ ਵੀ ਇਹ ਗੱਲ ਮੰਨੀ ਜਾਂਦੀ ਹੈ ਕਿ ਭਾਰਤ ਦੇਸ਼ ਦੇ ਵਿੱਚ ਭਗਤੀ ਦਾ ਸਥਾਨ ਹੈ। ਹਾਂ, ਸਾਡੇ ਗੁਰੂਆਂ ਦੇ ਅਸਥਾਨ ਨੇ, ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਹੈ। ਕਈ ਲੋਕ ਵਿਸ਼ੇਸ਼ ਜਗ੍ਹਾਵਾਂ ਤੇ ਜਾ ਕਰਕੇ ਬੜਾ, ਜਿਵੇਂ ਲੋਕ ਕਾਂਚੀ ਦੇ ਵਿੱਚ ਜਾ ਕਰਕੇ ਤਪ ਕਰਨ ਨੂੰ ਬੜਾ ਜ਼ਿਆਦਾ ਚੰਗਾ ਮੰਨਿਆ ਜਾਂਦਾ ਸੀ। ਬਨਾਰਸ ਦੇ ਵਿੱਚ ਜਾ ਕਰਕੇ ਰਹਿਣ ਨੂੰ ਲੋਕ ਚੰਗਾ ਮੰਨਦੇ ਸਨ, ਤੇ ਭਗਤ ਜਨਾਂ ਨੇ ਇਹ ਗੱਲ ਸਮਝਾ ਦਿੱਤੀ, ਕਹਿੰਦੇ ਨਹੀਂ। ਔਰ ਇੱਕ ਹੜੰਬੇ ਦੀ ਧਰਤੀ ਹੈ। ਕਿਹਾ ਜਾਂਦਾ ਸੀ ਕਿ ਹੜੰਬੇ ਦੀ ਧਰਤੀ ਤੇ ਜਿਹੜਾ ਮਰਦਾ ਹੈ ਉਹ ਗਧੇ ਦੀ ਜੂਨੀ 'ਚ ਪੈਂਦਾ ਹੈ। ਸੋ ਗੁਰੂ ਖਾਲਸਾ ਜੀ ਫਿਰ ਭਗਤ ਸਾਹਿਬਾਂ ਨੇ ਕੀ ਕਿਰਪਾ ਕੀਤੀ। ਭਗਤ ਸਾਹਿਬ ਕਹਿੰਦੇ ਨਹੀਂ, ਕਹਿੰਦੇ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਣ ਤਰਾਈ, ਮਨਹੁ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ। ਮਨ ਦਾ ਕਠੋਰ ਬਨਾਰਸ ਜਾ ਕੇ ਮਰ ਜਾਵੇ ਪਰ ਉਹ ਨਰਕਾਂ ਤੋਂ ਬਚ ਨਹੀਂ ਸਕਦਾ। ਪਰ ਜੇ ਹਰੀ ਦਾ ਭਜਨ ਕਰਨ ਵਾਲਾ, ਭਗਤੀ ਕਰਨ ਵਾਲਾ ਜਾ ਕਰਕੇ ਗੁਰੂ ਖਾਲਸਾ ਜੀ ਹੜੰਬੇ ਦੀ ਧਰਤੀ ਤੇ, ਜਿੱਥੇ ਇਹਨਾਂ ਨੇ ਸ਼ਰਾਪ ਦਵਾਇਆ ਸੀ, ਉੱਥੇ ਵੀ ਮਰ ਜਾਵੇ, ਚੜ੍ਹਾਈ ਕਰ ਜਾਵੇ, ਤੇ ਉਹ ਸਾਰੇ ਸੰਗੀ ਸਾਥੀ ਵੀ ਤਰਾ ਦਿੰਦਾ ਹੈ। ਭਗਤ ਸਾਹਿਬਾਨਾਂ ਨੇ, ਭਗਤ ਫਰੀਦ ਕਬੀਰ ਜੀਆਂ ਨੇ ਉੱਥੇ ਜਾ ਕੇ ਸਰੀਰ ਇਸੇ ਕਰਕੇ ਛੱਡਿਆ। ਹੜੰਬੇ ਦੀ ਧਰਤੀ ਤੇ ਉਹਨਾਂ ਦਾ ਅੰਤਿਮ ਸੰਸਕਾਰ ਤੇ ਸਰੀਰ ਛੱਡਣ ਦੀ ਜਗ੍ਹਾ ਬਣੀ ਹੈ। ਅੱਜ ਵੀ ਸੰਗਤਾਂ ਦਰਸ਼ਨ ਪਰਸ਼ਨ ਕਰਦੀਆਂ ਨੇ। ਸੋ ਗੁਰੂ ਖਾਲਸਾ ਜੀ ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਮਹਾਰਾਜ ਕਹਿੰਦੇ ਗੁਰੂ ਨੇ ਸਾਨੂੰ ਪਰਦਾ ਖੋਲ ਕੇ ਦਿਖਾ ਦਿੱਤਾ ਹੈ ਕਿ ਜਿੱਥੇ ਮਰਜ਼ੀ ਚੱਲ ਜਾਓ, ਇੱਕੋ ਹੀ ਚੀਜ਼ ਹੈ। ਹਰ ਜਗ੍ਹਾ ਤੇ ਵਾਹਿਗੁਰੂ ਹੈ, ਹਰ ਜਗ੍ਹਾ ਤੇ ਉਹਨੂੰ ਵੇਖਣ ਦਾ ਯਤਨ ਕਰੀਏ। ਨਾਉ ਨਿਧ ਨਾਮ ਨਿਧਾਨ ਇਕ ਠਾਈ। ਮਹਾਰਾਜ ਬਖਸ਼ਿਸ਼ ਕਰਦੇ, ਕਿੱਡੀ ਵੱਡੀ ਰਹਿਮਤ ਕਰਦੇ। ਨੌ ਨਿਧ ਨਾਮ ਨਿਧਾਨ ਇਕ ਠਾਈ। ਮਹਾਰਾਜ ਕਹਿੰਦੇ ਹੁਣ ਲੋਕ ਜਿਹੜੇ ਨੇ ਇਹ ਰਿਧੀਆਂ ਸਿੱਧੀਆਂ ਮਗਰ ਤੁਰੇ ਫਿਰਦੇ ਨੇ। 9 ਨਿਧੀਆਂ ਹਨ। ਮਹਾਰਾਜ ਕਹਿੰਦੇ ਉਹਨਾਂ ਦਾ ਨਿਧਾਨ ਨਾਮ ਖਜ਼ਾਨਾ ਹੈ। ਉਹਨਾਂ ਦਾ ਖਜ਼ਾਨਾ ਕੀ ਹੈ? 9 ਨਿਧੀਆਂ ਦੇ ਵਿੱਚ ਸਾਰੇ ਤਾਕਤਾਂ ਆ ਜਾਂਦੀਆਂ। ਜਿੰਨੀਆਂ 9 ਨਿਧੀਆਂ 18 ਸਿੱਧੀਆਂ, ਇਹ ਜਿਹੜੀਆਂ ਨੇ, ਜੋ ਵੀ ਅਸੀਂ ਨਿਧੀਆਂ ਦੇ ਵਿੱਚੋਂ ਇੱਛਾ ਕਰਾਂਗੇ ਉਹ ਸਾਡੀ ਪੂਰੀ ਹੋਵੇਗੀ। ਮਹਾਰਾਜ ਕਹਿੰਦੇ ਇਹਨਾਂ 9 ਨਿਧੀਆਂ ਦਾ ਖਜ਼ਾਨਾ, ਇੱਕ ਵੱਡਾ ਸਾਰਾ ਭੰਡਾਰ ਕੀ ਹੈ? ਨਾਮ ਨਿਧਾਨ, ਨਾਮ ਖਜ਼ਾਨਾ ਇਹਨਾਂ ਦਾ। ਮਹਾਰਾਜ ਕਹਿੰਦੇ 128, ਇਹ ਇੱਕੇ ਥਾਂ ਤੇ ਵਸਦੀਆਂ ਨੇ 9 ਨਿਧੀਆਂ, ਕੋਈ ਬਹੁਤੇ ਥਾਂ ਨਹੀਂ ਹੈ। ਇਹ ਨਹੀਂ ਕਿ ਇੱਕ ਖੰਡ ਦੇ ਵਿੱਚ ਇੱਕ ਨਿਧੀ, ਦੂਜੇ ਤੇ ਦੂਜੀ, ਤੀਜੇ ਚ ਤੀਜੀ, ਨਹੀਂ। ਕਹਿੰਦੇ ਇੱਕੋ ਜਗ੍ਹਾ ਹੈ, ਇੱਕ ਦੁਕਾਨ ਹੈ, ਉਹ ਇੱਕੋ ਦੁਕਾਨ ਤੇ 9 ਨਿਧੀਆਂ ਵਿਕਦੀਆਂ ਨੇ। ਪਰ ਉਹ ਦੁਕਾਨ ਕਿਹੜੀ ਹੈ? ਨਾਮ, ਵਾਹਿਗੁਰੂ ਦਾ ਨਾਮ। ਜੇ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਉਹ 9 ਨਿਧੀਆਂ ਸਾਡੇ ਕੋਲ ਆ ਜਾਂਦੀਆਂ। ਮਹਾਰਾਜ ਕਹਿੰਦੇ ਇੱਕੋ ਹੀ ਜਗ੍ਹਾ ਵਸਦੀਆਂ ਹਨ ਜੀ। ਤੋ ਬਾਹਰ ਕੈਠੈ ਜਾਇਓ। ਫਿਰ ਮਹਾਰਾਜ ਕਹਿੰਦੇ ਜਦੋਂ ਇੱਕੇ ਥਾਂ ਵਸਦੀਆਂ ਨੇ ਤੇ ਫਿਰ ਬਾਹਰ ਜਾਣ ਦੀ ਕੀ ਲੋੜ ਹੈ? ਜੇ ਇੱਕ ਅਸੀਂ ਸ਼ਾਪਿੰਗ ਮਾਲ ਦੇ ਵਿੱਚ ਵੜ ਗਏ ਆ, ਉੱਥੇ ਸਾਰੀ ਜਹਾਨ ਦਾ ਸਮਾਨ ਮਿਲਦਾ ਹੈ, ਤੇ ਬਾਕੀ ਥਾਂ ਥਾਂ ਦੀਆਂ ਦੁਕਾਨਾਂ ਤੇ ਲੱਭਣ ਦਾ ਕੀ ਫਾਇਦਾ? ਜੇ ਇੱਕ ਥਾਂ ਦੇ ਉੱਪਰੋਂ ਸਾਰੀਆਂ ਚੀਜ਼ਾਂ ਮਿਲ ਜਾਣ, ਇੱਕ ਦੁਕਾਨ ਤੋਂ ਸਾਨੂੰ ਸਾਰੀਆਂ ਚੀਜ਼ਾਂ ਮਿਲ ਜਾਣ, ਫਿਰ ਕਦੀ ਕਿਸੇ ਦੁਕਾਨ ਦਾ ਬੂਹਾ ਖੜਕਾਉਣ ਦਾ, ਕਦੀ ਕਿਸੇ ਦੁਕਾਨ ਤੇ ਜਾ ਕੇ ਵੜਨ ਦਾ ਕੀ ਫਾਇਦਾ? ਇੱਕੋ ਜਗ੍ਹਾ ਤੋਂ ਸੌਦਾ ਲੈਣਾ ਸਾਨੂੰ ਚੰਗਾ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਸਹਿ ਤਿਆਗ ਆਨ ਕੋ ਜਾਚੈ, ਮੁਖ ਦੰਤ ਰਸਨ ਸਗਲ ਘਸ ਜਾਵਤ। ਜੇ ਪ੍ਰਮਾਤਮਾ ਨੂੰ ਛੱਡ ਕੇ ਅਸੀਂ ਹੋਰ ਕਿਸੇ ਦੀ ਜਾਚਨਾ ਕਰਦੇ ਹਾਂ, ਮੂੰਹ ਜ਼ੁਬਾਨ ਦੰਦ ਰਸਨਾ ਜ਼ੁਬਾਨ ਸਭ ਕੁਝ ਘਸ ਜਾਵੇਗਾ, ਪਰ ਪ੍ਰਾਪਤੀ ਕੁਝ ਨਹੀਂ ਹੋਣ ਵਾਲੀ। ਜੇ ਪ੍ਰਾਪਤੀ ਚਾਹੁੰਦੇ ਹਾਂ, 9 ਨਿਧੀਆਂ ਦੀ ਪ੍ਰਾਪਤੀ ਚਾਹੁੰਦੇ ਹਾਂ, ਫਿਰ ਬਾਹਰ ਜਾਣ ਦੀ ਲੋੜ ਨਹੀਂ। ਇੱਕ ਥਾਂ ਹੈ, ਉਹ ਕੀ ਹੈ? ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸਾਹ ਸਭ ਵਸ ਕਰ ਕੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਇੱਥੋਂ ਤੱਕ ਵੱਡੇ ਵੱਡੇ ਬਾਦਸ਼ਾਹ ਵੀ ਮਹਾਰਾਜ ਕਹਿੰਦੇ ਵਸ ਚ ਆ ਜਾਣਗੇ। ਘਰੇ ਬੈਠੇ ਆਂ, ਆਪਣੇ ਮਨ ਰੂਪੀ ਘਰ ਦੇ ਵਿੱਚ, ਹਿਰਦੇ ਦੇ ਵਿੱਚ ਬੈਠੇ, ਸਾਰਾ ਸੰਸਾਰ ਸਾਡੇ ਵਸ ਦੇ ਵਿੱਚ ਆ ਜਾਵੇਗਾ। ਪਰ ਆਵੇਗਾ ਕਿਦੋਂ?
ਨੌ ਨਿਧ ਨਾਮ ਨਿਧਾਨ ਇੱਕ ਠਾਈ ਵਸਦੀਆਂ ਸਾਰੀਆਂ ਇੱਕੇ ਚੀਜ਼ਾਂ ਹੀ ਨੇ। ਫਿਰ ਬਾਹਰ ਲੱਭਣ ਦੀ ਲੋੜ ਨਹੀਂ ਹੈ, ਪਰੰਤੂ ਨਾਮ ਜਪਣਾ ਪਵੇਗਾ। ਵਾਹਿਗੁਰੂ ਦੀ ਬੰਦਗੀ ਕਰਨ ਦੇ ਨਾਲ ਸੰਸਾਰ ਭਰ ਦੇ ਵਿੱਚ ਸਾਰੇ ਦੇ ਸਾਰੇ ਕੰਮ ਜਿਹੜੇ ਨੇ ਸਿੱਧ ਹੋ ਜਾਣਗੇ। ਕੁਝ ਦਿਨ ਪਹਿਲਾਂ ਦੀ ਗੱਲ ਹੈ, ਇੱਕ ਪਿਆਰਾ ਮਿਲਿਆ, ਬੜਾ ਦੁਖੀ ਸੀ। ਸੰਸਾਰ ਦੇ ਵਿੱਚ ਕੋਈ ਉਹਦਾ ਕਾਰਜ ਵਿਗੜਿਆ ਪਿਆ ਸੀ। ਵਿਗੜਿਆ ਇੰਨਾ ਜ਼ਿਆਦਾ ਸੀ, ਕਿਸ ਹੱਦ ਤੱਕ ਵਿਗੜਿਆ, 8 ਕਿੱਲੇ ਜ਼ਮੀਨ ਪਿਆਰੇ ਦੀ, ਤੇ ਇੰਨਾ ਜ਼ਿਆਦਾ ਦੁਖੀ, ਕਹਿੰਦਾ ਕਿ ਇਹ ਮੇਰੀ ਮੋਟਰ ਨਹੀਂ ਲੱਗਦੀ। ਤੇ ਮੇਰੀ ਮੋਟਰ ਨਾ ਲੱਗਣ ਦਾ ਕਾਰਨ ਕੀ ਹੈ ਕਿ ਜਿਹੜਾ ਉਹ ਜੰਗਲਾਤ ਮਹਿਕਮੇ ਦੀ ਜ਼ਮੀਨ ਹੋਣ ਕਰਕੇ ਜਿਹੜਾ ਉਹਦਾ ਅਫਸਰ ਹੈ ਉਹ ਇੰਨਾ ਅੜਬ ਹੈ, ਸਿਫਾਰਿਸ਼ ਕਿਸੇ ਦੀ ਮੰਨਦਾ ਨਹੀਂ, ਤੇ 2 ਲੱਖ ਤੋਂ ਘੱਟ ਉਹ ਵੱਡੀ ਨਹੀਂ ਮੰਗਦਾ। ਤੇ ਮੇਰੀ ਇੰਨੀ ਹਿੰਮਤ ਨਹੀਂ ਹੈ ਕਿ ਮੈਂ 2 ਲੱਖ ਰੁਪਈਆ ਦੇ ਜਾਂ, ਕਿਉਂਕਿ ਮੇਰੀ ਜ਼ਮੀਨ ਬੰਜਰ ਪਈ ਹੈ। ਮੇਰੇ ਕੋਲ ਜ਼ਮੀਨ ਵਗਦੀ ਹੋਊਗੀ ਤੇ ਮੈਂ ਬੰਜਰ ਜ਼ਮੀਨ ਦੇ ਵਿੱਚ ਕੋਈ ਫਸਲ ਕਰਕੇ ਉਹਨੂੰ 2 ਲੱਖ ਦੇਵਾਂਗਾ, ਪਰ ਮੇਰੀ ਹਿੰਮਤ ਨਹੀਂ, ਮੈਂ ਇੰਨੇ ਪੈਸੇ ਕਿੱਥੋਂ ਦੇਵਾਂ। ਬੜੀ ਪਰੇਸ਼ਾਨੀ। ਗੁਰੂ ਕੇ ਪਿਆਰਿਆਂ ਨੇ ਉਹਨੂੰ ਇਹ ਗੱਲ ਸਮਝਾਈ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਲੈ, ਸਿਮਰਨ ਕਰ। ਗੁਰੂ ਖਾਲਸਾ ਜੀ, ਯਕੀਨਨ ਗੱਲ ਹੈ ਕਿ ਯਕੀਨ ਦੇ ਦੁਆਰਾ ਹੀ ਇਹ ਗੱਲ ਸਾਨੂੰ ਵਿਸ਼ਵਾਸ ਕਰਨਾ ਪਊਗਾ ਇਸ ਗੱਲ ਤੇ ਕਿ 20-22 ਦਿਨ ਦੇ ਸਿਮਰਨ ਦੇ ਵਿੱਚ ਮਹਾਰਾਜ ਨੇ ਕਿਰਪਾ ਕਰ ਦਿੱਤੀ। ਉਹ ਅੱਜ ਉਹੀ ਬਿਨਾਂ ਵੱਢੀ ਤੋਂ, ਬਿਨਾਂ ਕਿਸੇ ਦੇ ਕਹਿਣ ਤੋਂ, ਬਿਨਾਂ ਸਿਫਾਰਿਸ਼ ਤੋਂ ਮਹਾਰਾਜ ਨੇ ਕਿਰਪਾ ਕੀਤੀ, ਉਹਦਾ ਇਹ ਕਾਰਜ ਸਿੱਧ ਹੋ ਗਿਆ। ਮਹਾਰਾਜ ਕਹਿੰਦੇ ਸਾਰੀਆਂ ਚੀਜ਼ਾਂ ਇੱਕ ਥਾਂ ਮਿਲਦੀਆਂ ਨੇ, ਜੀਵ ਤੈਨੂੰ ਲੱਭਣ ਦੀ ਲੋੜ ਨਹੀਂ ਹੈ। ਇੱਕ ਕਾਨਿਕ ਅਨੇਕ ਭਾਤ ਸਾਜੀ। ਜਿਵੇਂ ਇੱਕ ਸੋਨਾ ਤੇ ਇੱਕ ਹੀ ਹੈ, ਉਹਨੂੰ ਅਨੇਕਾਂ ਤਰੀਕਿਆਂ ਦੇ ਨਾਲ ਕੋਈ ਚੂੜੀ ਬਣਾ ਦਿੱਤੀ, ਕੋਈ ਗਲੇ ਦਾ ਹਾਰ, ਕੁਝ ਨਾ ਕੁਝ ਬੜੇ ਸ਼ਿੰਗਾਰ ਉਹਦੇ ਕੀਤੇ ਜਾਂਦੇ ਹਨ। ਬਹੁ ਪ੍ਰਕਾਰ ਰਚਾਇਓ। ਬਹੁਤ ਤਰੀਕਿਆਂ ਦੇ ਨਾਲ ਉਹਨੂੰ ਰਚਿਆ ਜਾਂਦਾ ਹੈ। ਕੜਾ ਬਣਾ ਲਿਆ, ਚੂੜੀ ਬਣਾ ਲਈ, ਗਲੇ ਦੀ ਗਾਨੀ ਬਣਾ ਲਈ। ਕਹੋ ਨਾਨਕ ਭਰਮ ਗੁਰ ਖੋਈ ਹੈ। ਕਹੋ ਨਾਨਕ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਜਿਵੇਂ ਇੱਕ ਸੋਨੇ ਤੋਂ ਅਨੇਕਾਂ ਚੀਜ਼ਾਂ ਸਾਜੀਆਂ ਗਈਆਂ ਹਨ, ਗੁਰੂ ਦੀ ਰਹਿਮਤ ਹੋਈ। ਕਹੋ ਨਾਨਕ ਭਰਮ ਗੁਰ ਖੋਈ ਹੈ। ਗੁਰੂ ਨੇ ਭਰਮ ਖੋਹ ਦਿੱਤਾ, ਭਰਮ ਵਾਲਾ ਪਰਦਾ ਖੋਲ ਦਿੱਤਾ। ਇਹ ਤਤੈ ਤਤ ਮਿਲਾਇਓ। ਐਵੇਂ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਉਹ ਭਰਮ ਦਾ ਪਰਦਾ ਖੋਲਿਆ ਹੈ। ਏਵ ਤਤੈ ਤਤ ਮਿਲਾਇਓ। ਐਵੇਂ ਤਤ ਦੇ ਨਾਲ ਤਤ ਮਿਲਾ ਦਿੱਤਾ। ਕਿਵੇਂ ਤਤ ਦੇ ਨਾਲ ਤਤ ਕਿਵੇਂ ਮਿਲਾਇਆ? ਹੁਣ ਸੋਨੇ ਦਾ ਇੱਕ ਕੜਾ ਹੈ, ਇੱਕ ਮੁੰਦਰੀ ਹੈ, ਇੱਕ ਗਹਿਣਾ ਹੈ, ਇੱਕ ਗਲੇ ਦਾ ਹਾਰ ਹੈ। ਅਨੇਕਾਂ ਚੀਜ਼ਾਂ ਨੇ, ਗਲੇ ਦੇ ਵਿੱਚ ਪਾਉਣ ਵਾਲੀਆਂ ਨੇ, ਹੱਥ 'ਚ ਪਾਉਣ ਵਾਲੀਆਂ ਨੇ, ਉਂਗਲਾਂ 'ਚ ਪਾਉਣ ਵਾਲੀਆਂ ਨੇ। ਹੈ ਇੱਕੋ ਸੋਨਾ ਹੀ ਹੈ ਤੇ ਪ੍ਰਕਾਰ ਅਨੇਕਾਂ ਦੇ ਨਾਲ ਬਣੀ ਹੋਈ ਹੈ। ਕਹਿੰਦੇ ਗੁਰੂ ਨੇ ਕੀ ਕੀਤਾ? ਕਹੋ ਨਾਨਕ ਭਰਮ ਗੁਰ ਖੋਈ ਹੈ। ਗੁਰੂ ਨੇ ਭਰਮ ਖੋਹ ਦਿੱਤਾ, ਖਤਮ ਕਰ ਦਿੱਤਾ। ਇਹ ਤਤੈ ਤਤ ਮਿਲਾਈ। ਇਹ ਕਿਵੇਂ? ਤਤ ਦੇ ਨਾਲ ਤਤ ਨੂੰ ਮਿਲਾ ਦਿੱਤਾ। ਇਹ ਸਮਝਾ ਦਿੱਤਾ ਕਿ ਜੀਵ ਤੇਰੇ ਜਿਹੜਾ ਸਰੀਰ 5 ਤੱਤਾਂ ਤੋਂ ਬਣਿਆ ਹੈ, ਇਹ 5 ਤੱਤਾਂ ਤੋਂ ਬਣਿਆ ਹੋਇਆ ਤੇਰਾ ਸਰੀਰ ਜਿਹੜਾ ਹੈ ਇਹ ਨਾਸ਼ਵੰਤ ਹੈ, ਇਹਨੇ ਨਾਸ਼ ਹੋ ਜਾਣਾ। ਤੂੰ ਸਦਾ ਹੀ ਜਿਉਂਦੇ ਰਹਿਣ ਵਾਸਤੇ ਆਪਣੇ ਆਪ ਦੀ ਹੋਂਦ ਨੂੰ ਪਛਾਣ। 5 ਤੱਤਾਂ ਤੋਂ ਬਣਿਆ ਹੋਇਆ ਸਰੀਰ ਇਹ ਵੀ ਨਾਸ਼ ਹੋ ਜਾਣਾ। 17 ਤੱਤਾਂ ਤੋਂ ਬਣਿਆ ਹੋਇਆ ਸਥੂਲ ਸਰੀਰ, ਸੂਖਸ਼ਮ ਸਰੀਰ, ਉਹ ਵੀ ਨਾਸ਼ ਹੋ ਜਾਣਾ। ਪਰ ਇੱਕ ਕਾਰਨ ਸਰੀਰ ਹੈ ਜਿਹਨੂੰ ਗਿਆਨ ਦੇ ਦੁਆਰਾ ਖਤਮ ਕਰਨਾ ਹੈ ਤੇ ਪ੍ਰਮਾਤਮਾ ਤੱਕ ਪੁੱਜਣਾ ਹੈ। ਕਾਰਨ ਸਰੀਰ ਨੂੰ ਜਾਣ ਕਰਕੇ ਤੂੰ ਪ੍ਰਮਾਤਮਾ ਤੱਕ ਪੁੱਜਣ ਵਾਸਤੇ ਵਾਹਿਗੁਰੂ ਦੇ ਸਿਮਰਨ ਨੂੰ ਕਰਕੇ ਬ੍ਰਹਮ ਗਿਆਨ ਤੱਕ ਪੁੱਜਣ ਦਾ ਯਤਨ ਕਰ। ਸੋ ਸਾਹਿਬ ਜੀ ਨੇ ਉਹ ਗੱਲ ਸਾਨੂੰ ਸਮਝਾਈ ਹੈ ਕਿ ਭਾਈ ਇਹ ਜਿੰਨੇ ਵੀ ਸਰੀਰ ਨੇ, ਜਿੰਨੇ ਵੀ ਅਸੀਂ ਸਰੀਰਾਂ ਦੇ ਵਿੱਚ ਰਹਿ ਰਹੇ ਹਾਂ, ਇਹ ਇੱਕ ਹੀ ਥਾਂ ਤੋਂ ਨਿਕਲੇ ਨੇ। ਕੋਈ ਕੜਾ ਬਣਿਆ, ਕੋਈ ਛਾਪ ਬਣਿਆ, ਕੋਈ ਮੁੰਦਰੀ ਬਣਿਆ, ਕੋਈ ਕੁਝ ਬਣਿਆ। 84 ਲੱਖ ਜੂਨਾਂ ਦਾ ਇੱਕੋ ਹੀ 5 ਤੱਤਾਂ ਤੋਂ ਹੀ ਬਣੀਆਂ ਨੇ। ਇਹ ਸ੍ਰਿਸ਼ਟੀ 5 ਤੱਤਾਂ ਤੋਂ ਜਦੋਂ ਬਣੀ ਹੈ ਤੇ ਅਸੀਂ ਕਿੱਥੋਂ ਅਲੱਗ ਹੋਵਾਂਗੇ? ਮਾਸ ਜੋ ਸਾਡੇ ਲੱਗਾ ਹੈ, ਜਿਹੜੀ ਚੀਜ਼ ਤੋਂ ਸਾਡਾ ਮਾਸ ਬਣਿਆ, ਇਹ ਸਾਰੀਆਂ ਚੀਜ਼ਾਂ ਦਾ ਮਾਸ, ਸਾਰਾ ਕੁਝ, ਇਹ ਸਾਰਾ ਕੁਝ ਇੱਕੋ ਥਾਂ ਤੋਂ ਬਣਿਆ ਹੈ। ਸੋ ਇਸ ਪ੍ਰਕਾਰ ਸਾਨੂੰ ਸਮਝ ਕਰਕੇ 5 ਤੱਤਾਂ ਦੇ ਸਰੀਰ ਨੂੰ, 17 ਤੱਤਾਂ ਦੇ ਸਰੀਰ ਨੂੰ ਝੂਠਿਆਂ ਜਾਣਦਿਆਂ ਹੋਇਆਂ ਆਤਮ ਸਰੂਪ ਨੂੰ ਸਮਝ ਕਰਕੇ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਗੁਰੂ ਦੀ ਗੱਲ ਨੂੰ ਸਮਝ ਕੇ ਹਿਰਦੇ ਦੇ ਵਿੱਚ ਵਸਾਉਣਾ ਪਵੇਗਾ। ਜੇ ਇਹ ਅਸੀਂ ਗੱਲਾਂ ਨੂੰ ਹਿਰਦੇ ਦੇ ਵਿੱਚ ਗੁਰੂ ਮਹਾਰਾਜ ਜਿਵੇਂ ਬਖਸ਼ਿਸ਼ ਕੀਤੀ ਹੈ, ਮੋਹੇ ਇਹੋ ਵਿਸ਼ਵਾਸ ਹੋਏ ਆਇਓ। ਇਹ ਵਿਸ਼ਵਾਸ ਹੋ ਗਿਆ ਕਿ ਵਾਹਿਗੁਰੂ ਹਰ ਜਗ੍ਹਾ ਤੇ ਵਸਿਆ। ਚੋਰੀ ਕਰਨ ਦੀ, ਯਾਰੀ ਕਰਨ ਦੀ, ਠੱਗੀ ਮਾਰਨ ਦੀ ਸਾਡੀ ਹਿੰਮਤ ਜਿਹੜੀ ਹੈ ਉਹ ਖਤਮ ਹੋ ਜਾਵੇਗੀ। ਨਾ ਅਸੀਂ ਕਦੇ ਕਿਸੇ ਨੂੰ ਚੋਰੀ, ਨਾ ਠੱਗੀ, ਨਾ ਧੋਖਾ, ਨਾ ਧੜੀ, ਇਹ ਗੱਲਾਂ ਸਾਡੇ ਅੰਦਰੋਂ ਬਿਲਕੁਲ ਪੂਰਨ ਤੌਰ ਤੇ ਖਤਮ ਹੋ ਜਾਣਗੀਆਂ। ਚੋਰੀ ਕਰਦੇ ਕਿਉਂ ਆ? ਕਿਉਂਕਿ ਅਸੀਂ ਦੂਜੇ ਨੂੰ ਆਪਣਾ ਨਹੀਂ,
ਦੂਜੇ ਨੂੰ ਬੇਗਾਨਾ ਜਾਣਦੇ ਹਾਂ। ਦੂਜੇ ਨੂੰ ਬੇਗਾਨਾ ਜਾਣਨ ਦਾ ਕਾਰਨ ਕੀ ਹੈ? ਕਿਉਂਕਿ ਸਾਨੂੰ ਅਗਿਆਨ ਹੈ, ਗਿਆਨ ਨਹੀਂ ਹੈ। ਜਿੱਦਣ ਸਾਨੂੰ ਗਿਆਨ ਹੋ ਗਿਆ, ਜਿਵੇਂ ਇੱਕ ਮਹਾਂਪੁਰਸ਼ਾਂ ਦੀ ਸਾਖੀ ਆਉਂਦੀ ਹੈ। ਇੱਕ ਸਾਧੂ ਸੀ ਮਹਾਂਪੁਰਸ਼, ਉਹਨਾਂ ਮਹਾਂਪੁਰਸ਼ਾਂ ਦੇ ਨੇ ਲੰਗਰ ਭੰਡਾਰਾ ਕਰਨਾ ਸੀ ਤੇ ਬੜੀ ਜ਼ਿਆਦਾ ਪਰੇਸ਼ਾਨੀ ਕਿ ਖੰਡ ਦੀ ਬੋਰੀ ਲੈ ਆਂਦੀ, ਹੁਣ ਬਾਕੀ ਪੂੜੇ ਕੱਢਣੇ ਸੀ, ਹੋਰ ਜਿਹੜੀਆਂ ਪੂੜਿਆਂ ਦੇ ਵਾਸਤੇ ਸਾਉਣ ਦੇ ਮਹੀਨੇ 'ਚ ਚੀਜ਼ਾਂ ਮੰਗਾਉਣੀਆਂ ਸਨ, ਉਹ ਮੰਗਾਈਆਂ ਹੀ ਨਹੀਂ ਗਈਆਂ, ਖਰਚਾ ਹੀ ਨਹੀਂ ਬਣਿਆ। ਖੰਡ ਦੀ ਬੋਰੀ ਲੈ ਕੇ ਸਾਧੂ ਬੈਠ ਗਿਆ, ਬੜੀ ਚਿੰਤਾ ਹੈ ਮਨ ਦੇ ਵਿੱਚ, ਸਵੇਰੇ ਸਾਉਣ ਚੜ੍ਹ ਜਾਣਾ ਹੈ, ਲੋਕਾਂ ਨੇ ਆਉਣਾ ਹੈ ਤੇ ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗਾ। ਰਾਤ ਨੂੰ ਚੋਰ ਆਇਆ, ਚੋਰ ਆਣ ਕੇ ਤੇ ਖੰਡ ਦੀ ਬੋਰੀ ਚੁੱਕਣ ਲੱਗਾ ਤੇ ਉਹਨੇ ਚਿਰ ਨੂੰ ਸਾਧ ਜਾਗਦਾ ਸੀ, ਚਿੰਤਾ ਦੇ ਵਿੱਚ ਸੀ। ਸਾਧ ਉੱਠ ਕੇ ਖੜਾ ਹੋ ਗਿਆ। ਸਾਧ ਕਹਿੰਦਾ ਕੀ ਗੱਲ ਲੱਗਾ? ਤੇ ਭੱਜਣ ਲੱਗਾ। ਕਹਿੰਦਾ ਭਾਈ ਭੱਜੀ ਨਾ। ਕਹਿੰਦਾ ਠੀਕ ਹੈ ਮਹਾਂਪੁਰਸ਼ੋ, ਭੱਜਦਾ ਨਹੀਂ। ਤੇ ਕਹਿੰਦੇ ਤੈਨੂੰ ਬੋਰੀ ਚੁਕਾ ਦੇਣਾ। ਸਾਧ ਨੇ ਆਪ ਬੋਰੀ ਚੁਕਾ ਦਿੱਤੀ ਉਹਨੂੰ। ਕਹਿੰਦਾ ਲੈ ਜਾ ਚੁੱਕ ਕੇ। ਉਹ ਕਹਿੰਦਾ ਇਹ ਕਿਹੋ ਜਿਹੀ ਗੱਲ, ਮੈਂ ਤੇਰੇ ਡੇਰੇ ਤੋਂ ਚੋਰੀ ਕਰਨ ਆਇਆ। ਕਹਿੰਦਾ ਚੰਗਾ, ਸਗੋਂ ਹੋਰ ਵੀ ਚਿੰਤਾ ਪਈਆਂ ਸੀ, ਇਹ ਵੀ ਚਿੰਤਾ ਸੀ ਰਾਤ ਦੀ, ਇਹ ਵੀ ਖਤਮ ਹੋ ਜੂਗੀ, ਇਹ ਲੈ ਜਾਏਗਾ ਤੇ ਇਹ ਵੀ ਚਿੰਤਾ ਖਤਮ ਹੋ ਜੂਗੀ। ਭਾਵ ਸਾਨੂੰ ਜਿੰਨਾ ਚਿਰ ਗਿਆਨ ਨਹੀਂ ਹੈ, ਕਿਉਂਕਿ ਉਹ ਕਹਿੰਦਾ ਮੈਂ ਜਾਂ ਸੰਗਤਾਂ ਨੇ ਖਾਣੀ, ਤੂੰ ਖਾ ਲੇਂਗਾ ਤੇ ਤਾਂ ਵੀ ਤੈਨੂੰ ਲੋੜ ਹੈ ਭਲਿਆ, ਤੂੰ ਆਪਣੀ ਲੋੜ ਦੀ ਪੂਰਤੀ ਕਰ ਲਾ। ਜਿੱਥੇ ਲੋੜ ਹੈ ਉੱਥੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਪਹੁੰਚਾ ਦੇਣਾ, ਸਾਨੂੰ ਫਿਕਰ ਕਰਨ ਦੀ ਲੋੜ ਨਹੀਂ। ਇੱਥੇ ਇਹ ਨਾ ਕੁਛ ਸਮਝਿਆ ਜਾਵੇ ਕਿ ਚੋਰੀ ਗੱਲ ਦੀ ਕਰਨ ਦੀ ਪਰਮਿਸ਼ਨ ਮਿਲ ਰਹੀ ਹੈ। ਗੁਰੂ ਘਰ ਦੇ ਵਿੱਚ ਇਹਨਾਂ ਗੱਲਾਂ ਨੂੰ ਗਲਤ ਮੰਨਿਆ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਉਹਨਾਂ ਚਿਰ ਬੰਦਾ ਕਰਦਾ ਜਿੰਨਾ ਚਿਰ ਅਗਿਆਨਤਾ। ਜਦੋਂ ਗਿਆਨ ਹੋ ਗਿਆ, ਜਿਵੇਂ ਸਾਧੂ ਨੂੰ ਗਿਆਨ ਸੀ, ਉਸ ਤਰ੍ਹਾਂ ਸਾਨੂੰ ਗਿਆਨ ਹੋ ਗਿਆ। ਸਾਨੂੰ ਕਦੀ ਵੀ ਚੋਰ ਤੇ ਆਮ ਦੂਜਾ ਨਹੀਂ ਲੱਗੇਗਾ। ਸਾਰੀ ਧਰਤੀ ਆਪਣੀ ਲੱਗੇਗੀ, ਸਗਲੀ ਧਰਤੀ ਸਾਧ ਕੀ, ਸਾਰੀ ਧਰਤੀ ਆਪਣੀ ਲੱਗੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰ ਦੇਣ, ਸਾਡੇ ਹਿਰਦੇ 'ਚ ਵਿਚਾਰਾਂ ਦੀ ਸਾਂਝ ਜਿਹੜੀ ਹੈ ਉਹ ਵਸ ਜਾਵੇ। ਪਾਤਸ਼ਾਹ ਜੀ ਰਹਿਮਤ ਕਰਨ, ਸਦਾ ਸਾਡਾ ਗੁਰੂ ਸਾਹਿਬ ਨਾਲ ਪ੍ਰੇਮ ਬਣਿਆ ਰਹੇ। ਆਪ ਸੰਗਤ ਨੇ ਅਸੀਸ ਬਖਸ਼ਣੀ, ਸੰਗਤ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਇਕ ਕਾਨਿਕ ਅਨੇਕ ਭਾਂਤ ਸਾਜੀ, ਬਹੁ ਪ੍ਰਕਾਰ ਰਚਾਇਓ। ਕਹੋ ਨਾਨਕ ਭਰਮ ਗੁਰ ਖੋਈ ਹੈ, ਏਵ ਤਤੈ ਤਤ ਮਿਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀ